वाहेगुरु जी का खालसा वाहेगुरु जी की फतेह। जुगो जुग अटल चवर छत्र तख्तां दे मालक मनुखता दे रहबर धन धन सतगुरु श्री गुरु ग्रंथ साहिब जीआं दी निगी गोद विच जुड़ बैठ करके दिन दे पिछले पहर दे दीवाना दा आप जी आनंद मान रहे हो। जिन्ना भी समा सतगुरां दी किरपा नाल प्राप्त हो रहा है, सतसंग दे रूप दे विच इहनूं सफला बनाइए। गुरु बाबा जी दी पावन कथा दे विचों आप जी ने सरवण कीता सी। भाई मरदाना जी दे सवालों के जवाब साहब जी ने बख्शे। खाना काबा विच किस दी पूजा हुंदी है, कदों तो शुरू होई, कारण की सन। दूजे सवाल का उत्तर भी सतगुरां ने दिता, मरदानिया तेरे ते करतार दी मेहर सी, तू तां अन्ना नहीं होया। हुण थक टुट के साहिब जी अज रात का समा आया है, आराम फरमा रहे ने। सवेर का वेला होया, मुल्लां ते हाजी काबे की सेवा विच लगे हुए ने। गुरु नानक पातशाह नूं वेख सुतियां काफर काफर कहण लग पए। इन्हां सारे प्रकरणां नूं आप जी ने विस्तार सहित सरवण कीता है। आओ कुछ समा मन चित बिरतियां नूं एकाग्र चित बनाइए। पाओ प्रेम दी सांझ, गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। कबित चले पंथ भयो शरम, थाक भये बेहबल, को सुध रही नह पैर कित कीजिए। दीन दुनिया दे मालक गुरु नानक पातशाह दंभ ते पखंड नूं कट्टण वाले भाई बाला ते मरदाना जी दे समेत रात भर विश्राम करते रहे। सवेर का वेला होया, काबे की परिक्रमा दे विच जिन्ने लोग सुते सी सारियां नूं उठा दिता गया। एक जीवन नाम दा हाजी जो निता प्रति इत्थे तन मन करके सेवा करता है, जिहदा नाम कई स्रोतां विच भाई जिउण भी मिलता है। जदों ने वेखिया भी ये तीन दे तीन फकीर अपने चरण अपने पैर काबे की दिशा करके पए आ, झाड़ू लाउंदे इहनूं गुस्सा चढ़ गया। अंतां दे क्रोध विच आके काफर काफर कहण लग पे। इत्थों तक वस नहीं, गुरु नानक साहब जी की बखी दे विच ही उस जीवन ने लत मारी। गुरु पातशाह ने कोई कौड़ा बोल नहीं आखिया, अखां भी ना खोलियां। वो कहता मैनू दस काफरा तू कौन है, तेनू इन्नी मत नहीं, तू खाना काबा वाल पैर पसारी पिया।
ਗੁਰੂ ਨਾਨਕ ਪਾਤਸ਼ਾਹ ਜੀ ਜਵਾਬ ਦੇ ਰਹੇ ਨੇ, ਕਹਿੰਦੇ ਵੇ ਸੱਜਣਾ, ਤੂੰ ਅੱਲਾ ਦੀ ਸੇਵਾ ਕਰਨ ਵਾਲਾ ਹੈ, ਕਮ ਸੇ ਕਮ ਜੇ ਮਿੱਠਾ ਨਹੀਂ ਬੋਲ ਸਕਦਾ, ਕੌੜੇ ਬੋਲਦਾ ਨਾ ਬੋਲ। ਅਸੀਂ ਥੱਕ ਟੁੱਟ ਕੇ ਆਏ ਆ, ਬੜੀ ਦੂਰ ਦਾ ਸਫ਼ਰ ਕੀਤਾ, ਇੰਨੀ ਥਕਾਵਟ ਸਾਡੇ ਜਿਸਮ ਨੂੰ ਹੋ ਗਈ, ਸਾਨੂੰ ਦਿਸ਼ਾ ਦਾ ਪਤਾ ਹੀ ਲੱਗਿਆ ਨਾ। ਭਇਓ ਅਨਜਾਣ ਦੋਸ਼, ਜਾਂ ਤੇ ਕੀਜੈ ਥੋਰ ਰੋਸ, ਐਸੋ ਅਬ ਕੀਜੈ ਮਮ ਚਰਨ ਗਹੀਜੀਏ। ਭਾਈ ਕਿਉਂ ਗੁੱਸਾ ਕਰਦਾ ਹੈ? ਅਣਜਾਣ ਪੁਣੇ ਵਿੱਚ ਸਾਡੇ ਤੋਂ ਖੁਦਾ ਦੇ ਘਰ ਵੱਲ ਪੈਰ ਹੋ ਗਏ, ਤਾਂ ਕੀ ਹੋਇਆ? ਖੁਦਾ ਤੇ ਬਖਸ਼ਣਹਾਰ ਹੈ, ਉਹ ਤੇ ਮਿਹਰਬਾਨ ਹੈ, ਪਰ ਉਹ ਮੁੱਲਾ ਜੀਵਨ ਗੁੱਸੇ 'ਚ ਭਰਿਆ ਪੀਤਾ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦਾ, ਉੱਠ ਕਾਫਰਾ ਇੱਥੋਂ। ਕਾਫਰ ਕਹਿੰਦੇ ਆ ਜੋ ਬੰਦਾ ਅੱਲਾ ਨੂੰ ਨਹੀਂ ਮੰਨਦਾ, ਰੱਬ ਨੂੰ ਨਹੀਂ ਮੰਨਦਾ। ਮਹਾਰਾਜ ਕਹਿੰਦੇ ਗੁੱਸਾ ਨਾ ਕਰ, ਸਾਡੀਆਂ ਲੱਤਾਂ ਫੜ ਕੇ ਘੜੀਸ ਲੈ, ਇੰਨੀ ਥਕਾਵਟ ਹੋ ਗਈ, ਸਾਡੇ ਤੋਂ ਉੱਠਿਆ ਨਹੀਂ ਜਾਂਦਾ, ਸਾਨੂੰ ਸਮੇਂ ਦਾ ਪਤਾ ਨਹੀਂ ਲੱਗਾ। ਉੱਠਨੇ ਕੋ ਜੋਰ ਨਾਹੀਂ, ਜਾਂ ਤੇ ਕਹੂੰ ਤੁਝ ਪਾਹੇ, ਐਚੋ ਨਿਜ ਹੱਥ ਸੰਗ ਔਰੇ ਦਿਸ਼ ਕੀਜੀਏ। ਪਰ ਅੱਲਾ ਦੇ ਪਿਆਰਿਆ, ਕ੍ਰੋਧ ਨਾ ਕਰ। ਜੇ ਤੈਨੂੰ ਲੱਗਦਾ ਸਾਡੀਆਂ ਲੱਤਾਂ ਖਾਨੇ ਕਾਬੇ ਵੱਲ ਨੇ, ਕਾਬਾ ਸ਼ਰੀਫ ਵੱਲ ਨੇ, ਤੈਨੂੰ ਬੁਰਾ ਲੱਗਿਆ, ਮਾਫੀ ਚਾਹੁੰਦੇ ਆ। ਸਾਡੇ ਪੈਰ ਫੜ ਕੇ ਉਸ ਦਿਸ਼ਾ 'ਚ ਕਰਦੇ ਜਿੱਧਰ ਰੱਬ ਦਾ ਘਰ ਨਹੀਂ। ਤੈਨੂੰ ਲੱਗਦਾ ਹੈ ਵੀ ਸਾਡੇ ਪੈਰ, ਸਾਡੇ ਚਰਨ ਰੱਬ ਦੇ ਘਰ ਵੱਲ ਨੇ। ਜਿਸ ਵੱਲ ਰੱਬ ਨਹੀਂ, ਜਿਸ ਦਿਸ਼ਾ ਵਿੱਚ ਰੱਬ ਨਹੀਂ ਹੈ, ਉਸ ਦਿਸ਼ਾ ਵਿੱਚ ਪੈਰ ਫੜ ਕੇ ਸਾਡੇ ਆਪਣੇ ਆਪ ਘੜੀਸਦੇ। ਆਏ ਪਰਦੇਸ਼ੀ ਨਹਿ ਜਾਣੇ ਹਮ ਬਾਤ ਐਸੀ, ਜੈਸੀ ਭਾਵੇ ਤੈਸੀ ਕਰ ਚਿਤ ਮੈਂ ਨਾ ਕੀਜੀਏ। ਅਸੀਂ ਪਰਦੇਸੀ ਹਾਂ, ਸਾਨੂੰ ਦਿਸ਼ਾ ਦਾ ਵੀ ਪਤਾ ਨਹੀਂ, ਪਹਿਲੀ ਵਾਰ ਚੱਲ ਕੇ ਆਏ ਆ। ਸਾਡੇ ਹਿਸਾਬ ਨਾਲ ਤੇ ਅਸੀਂ ਠੀਕ ਪਏ ਸੀ, ਜੇ ਤੈਨੂੰ ਗਲਤ ਲੱਗਦਾ ਤੂੰ ਬਦਲ ਦੇ ਦਿਸ਼ਾ। ਸੁਭਾਵਕ ਗੁਰੂ ਪਾਤਸ਼ਾਹ ਨੇ ਇਹ ਬਚਨ ਆਖੇ ਨੇ, ਸਿਰੇ ਉੱਤੇ ਹੱਥ ਰੱਖਿਆ, ਮੱਥੇ ਤੇ ਨੇਤਰ ਬੰਦ ਹਨ। ਮੁੱਲਾ ਜੀਵਨ ਨੂੰ ਗੁਰੂ ਸਾਹਿਬ ਕਹਿੰਦੇ ਜਿੱਧਰ ਰੱਬ ਨਹੀਂ ਉੱਧਰ ਕਰਦੇ। ਉਹਨੇ ਚਲਾ ਕੇ ਮਾਰਿਆ ਝਾੜੂ, ਗੁੱਸਾ ਭਰਿਆ, ਕਰਦਾ ਤੇ ਸੇਵਾ ਹੈ, ਪਰ ਸੇਵਾ ਕਰਦੇ ਕਰਦੇ ਉਹਦੀ ਸੇਵਾ ਕਾਹਦੇ ਤੇ ਖੜੀ ਹੈ? ਈਰਖਾ ਤੇ। ਇਹ ਕਹਿ ਲੋ ਵੀ ਥੱਲੇ ਅੱਗ ਹੈ, ਉੱਤੇ ਬਰਫ਼ ਹੈ, ਕਦੋਂ ਤੱਕ ਰਹੂਗੀ ਬਰਫ਼? ਇਹ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਆ ਵੀ ਅੱਲਾ ਦੇ ਘਰ ਵਿੱਚ ਸੇਵਾ ਕਰਨ ਵਾਲਿਆਂ ਦੀ ਜੇ ਆਹ ਹਾਲਤ ਆ ਤੇ ਬਾਕੀਆਂ ਦੀ ਕੀ ਹੋਊਗੀ? ਪਰ ਜੀਵਨ ਨੇ ਕੁਛ ਨਾ ਵੇਖਿਆ, ਲੋਕਾਂ ਦਾ ਇਕੱਠ ਹੋ ਗਿਆ, ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਫੜਿਆ। ਪਰ ਭਾਈ ਗੁਰਦਾਸ ਲਿਖਦੇ, ਟੰਗੋ ਪਕੜ ਘਸੀਟਿਆ। ਘਸੀਟਿਆ ਸ਼ਬਦ ਖਿੱਚਣਾ, ਘੜੀਸਣਾ। ਟੰਗਾਂ ਆਮ ਕਹਿੰਦੇ ਆ ਲੱਤਾਂ ਨੂੰ, ਗਿੱਟਿਆਂ ਤੋਂ ਫੜ ਲੈਣੀਆਂ। ਗੁੱਸੇ ਵਿੱਚ ਆਏ ਨੇ, ਗੁਰੂ ਨਾਨਕ ਸਾਹਿਬ ਜੀ ਦੇ ਚਰਨ ਫੜ ਲਏ। ਉਹ ਆਪਣੀ ਜਾਨ ਵਿੱਚ ਬਹੁਤ ਸਿਆਣਾ ਇਹ ਵੀ ਚਲੋ ਜੇ ਇਹ ਨਹੀਂ ਉੱਠਦੇ, ਇਹ ਦਲਿੱਦਰੀ ਨੇ, ਮੰਦੀ ਮੱਤ ਵਾਲੇ ਨੇ, ਕਾਫਰ ਨੇ, ਇਹਨਾਂ ਨੂੰ ਤੇ ਨਹੀਂ ਪਤਾ ਵੀ ਖੁਦਾ ਦਾ ਘਰ ਕਿੱਧਰ ਹੈ, ਕਮ ਸੇ ਕਮ ਮੈਂ ਹੀ ਪੈਰ ਪਾਸੇ ਕਰਦੇ ਆ। ਤੇ ਸਾਹਿਬ ਵੀ ਉੱਠੇ ਨਾ। ਭਾਈ ਬਾਲਾ ਮਰਦਾਨਾ ਉੱਠ ਕੇ ਬੈਠ ਗਏ। ਇਹ ਕਰਤੱਵ, ਇਹ ਚੋਜ ਵੇਖਦੇ ਵੀ ਸੱਚੇ ਪਾਤਸ਼ਾਹ ਕਰ ਕੀ ਰਹੇ ਆ, ਕੈਸੀਆਂ ਖੇਡਾਂ ਹਨ। ਲੋਹਰਾ ਜਿਤ ਦੇਸ਼ ਨਹੀਂ ਖੁਦਾਈ ਘਰ, ਤੈਂ ਜਾਣਿਓ ਮਨ ਮਾਹੀ, ਕਰਹੁ ਮਲਾਨੇ ਤਿਤ ਦਿਸ਼ਾ, ਬਰਜਤ ਤੁਝ ਕੋ ਨਾਹੀ। ਚਰਨ ਫੜ ਕੇ ਸਤਿਗੁਰਾਂ ਦੇ ਥੋੜੀ ਦੂਰ ਤੱਕ ਘੜੀਸਿਆ। ਮਰਦ ਨੇ ਫੇਰ ਕਿਹਾ, ਕਹਿੰਦੇ ਇਦਾਂ ਘੜੀਸਣ ਦਾ ਕੀ ਫਾਇਦਾ ਹੈ? ਜਿਹੜੀ ਦਿਸ਼ਾ ਰੱਬ ਦਾ ਘਰ, ਅੱਲਾ ਦਾ ਘਰ, ਖੁਦਾ ਦਾ ਘਰ ਨਹੀਂ, ਉਸ ਪਾਸੇ ਪੈਰ ਕਰ। ਮੁੱਲਾ ਗੁੱਸੇ 'ਚ ਭੜਕ ਕੇ ਕਹਿੰਦਾ ਹੈ, ਇੱਕ ਗਲਤੀ ਕਰਦੇ ਹੋ, ਗੁਸਤਾਖੀ ਕਰਦੇ ਹੋ, ਉੱਪਰੋਂ ਗਿਆਨ ਸੁਣਾਉਂਦੇ ਹੋ। ਕਿਸੇ ਸੇਵਾਦਾਰ ਨੂੰ ਛੇੜ ਕੇ ਵੇਖ ਲਓ ਅੱਜ ਦੇ ਸਮੇਂ। ਮੈਂ ਕਹਿੰਦਾ ਤਪ ਦੀ ਭੱਠੀ ਦੀ ਬੈਠੇ ਆਖੋ ਸਤਿਨਾਮ, ਕਿਸੇ ਪਾਸੇ ਮੰਦਰ ਚੱਲ ਜਾ, ਗੁਰਦੁਆਰੇ ਚੱਲ ਜਾ, ਮਸਜਿਦ ਚੱਲ ਜਾ, ਧਰਮ ਦੀ ਦੁਨੀਆ ਦੇ ਵਿੱਚ ਬਸ ਰੱਬ ਰਾਖਾ ਸਾਡੇ ਲੋਕਾਂ ਦਾ।
ਉਹ ਵਿਰਲੇ ਆ ਜਿਨ੍ਹਾਂ 'ਚ ਨਿਮਰਤਾ ਹੈ, ਮਿਠਾਸ ਹੈ। ਤੁਸੀਂ ਕੋਈ ਗੱਲ ਕਹਿਣੀ ਹੈ ਬੜੇ ਪਿਆਰ ਨਾਲ ਕਹੋ, ਐਸੇ ਤਰੀਕੇ ਨਾਲ ਕਹਿ ਦਿਓ ਵੀ ਸੁਣਨ ਵਾਲਾ ਤੁਹਾਡੀ ਰਿਸਪੈਕਟ ਕਰੇ, ਇੱਜ਼ਤ ਕਰੇ। ਹੰਕਾਰ ਵਿੱਚ ਤੇ ਵੱਡੇ ਵੱਡੇ ਈਨ ਮਨਾਉਣ ਆਏ ਇੱਥੇ ਕੋਈ ਨਹੀਂ ਮੰਨਿਆ। ਹੁਣ ਮੁੱਲਾ ਨੇ ਗੁਰੂ ਸਾਹਿਬ ਦੇ ਚਰਨ ਫੜ ਕੇ ਘੜੀਸ ਲਏ। ਆਪਣੀ ਜਾਨ ਵਿੱਚ ਉਹ ਉਸ ਦਿਸ਼ਾ 'ਚ ਘਮਾਉਂਦਾ ਹੈ ਜਿੱਧਰ ਖਾਨਾ ਕਾਬਾ ਨਹੀਂ। ਕਬਿਤ ਮੁੱਲਾ ਸਕੀਨੀ ਗੈਲੀਨੋ ਹੈ ਚਰਨ ਗੁਰ ਬਲ ਸੋ ਕਸੀਟ ਔਰ ਦਿਸ਼ਾ ਪਰਮਾਏ ਹੈ। ਹੁਣ ਕਾਬਾ ਬਣਿਆ ਪੱਛਮ ਦੀ ਦਿਸ਼ਾ। ਉਹਨੇ ਸਤਿਗੁਰਾਂ ਦੇ ਚਰਨ ਫੜ ਕੇ ਬੜੇ ਗੁੱਸੇ ਨਾਲ ਉੱਤਰ ਦੀ ਦਿਸ਼ਾ ਨੂੰ ਕਰਦੇ ਘੜੀਸਦਾ ਫਿਰਦਾ ਹੈ। ਪਰ ਗੁਰੂ ਬਾਬਾ ਜੀ ਕਹਿੰਦੇ ਉਹ ਭਲਿਆ ਹੌਲੀ ਖਿੱਚ, ਤੂੰ ਰੱਬ ਦਾ ਪਿਆਰਾ ਹੈ। ਜੇ ਰੱਬ ਦੇ ਪਿਆਰਿਆਂ ਦੇ ਆਹ ਹਾਲ ਤੇ ਬਾਕੀ ਵਿਚਾਰਿਆਂ ਦੇ ਕੀ ਹੋਣੇ। ਪਰ ਉਹ ਤੇ ਗੁੱਸੇ 'ਚ ਭਰਿਆ ਪੀਤਾ ਇਹਨਾਂ ਤੇ ਅੱਲਾ ਦਾ ਨਰਾਦਰ ਕੀਤਾ। ਇਹ ਬੰਦੇ ਕਾਹਦੇ ਆ? ਸਪੈਸ਼ਲ ਅੱਲਾ ਦੇ ਬੰਦੇ ਜੇ ਅੰਦਰੋਂ ਇੰਨੀ ਨਫ਼ਰਤ ਤੇ ਈਰਖਾ ਕਰਨਗੇ ਤੇ ਅੱਲਾ ਮਿਲੂਗੀ ਨੂੰ। ਗੁਰਬਾਣੀ ਤੇ ਕਹਿੰਦੀ ਆ ਸਾਚ ਕਹੂੰ ਸੁਨ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉੱਤੇ ਮਿਲਦਾ ਪ੍ਰੇਮ ਨਾਲ। ਅਸੀਂ ਚੁੱਕੀ ਫਿਰਦੇ ਆ ਹਉਮੈ, ਸਾਡੇ ਕੋਲ ਆਕੜ, ਸਾਡੇ ਕੋਲ ਹੰਕਾਰ। ਸਾਡੀ ਹਾਲਤ ਉਸ ਜੀਵਨ ਵਰਗੀ ਹੈ ਜਿਹਨੂੰ ਇਹ ਲੱਗਦਾ ਵੀ ਰੱਬ ਇਕੱਲਾ ਇਸ ਕਾਬੇ ਵਿੱਚ ਹੈ, ਇਸ ਮੱਕੇ ਵਿੱਚ ਹੀ ਆ, ਹੋਰ ਤੇ ਹੈ ਹੀ ਨਹੀਂ। ਤੇ ਅੱਜ ਧਾਰਮਿਕ ਬਿਰਤੀ ਵਾਲੇ ਲੋਕ ਅਸੀਂ ਸਾਰੇ ਇਹੀ ਸੋਚਦੇ ਆ, ਹੈ ਤੇ ਆਪਾਂ ਸਾਰੇ ਧਰਮੀ ਆ, ਵੀ ਰੱਬ ਤੇ ਇਕੱਲੇ ਗੁਰਦੁਆਰੇ ਨੇ, ਉੱਥੇ ਝੂਠ ਨਹੀਂ ਬੋਲਣਾ ਤੇ ਘਰੇ ਆਪਾਂ ਕਦੇ ਸੱਚ ਬੋਲਿਆ ਹੀ ਨਹੀਂ। ਇੱਥੇ ਆ ਕੇ ਮੈਂ ਸਹੁੰ ਨਹੀਂ ਖਾਂਦਾ ਕਿਉਂਕਿ ਜੋ ਕਹਿਣਾ ਸੱਚ ਕਹਿਣਾ। ਸਮਾਜ ਹੈ ਨਾ। ਜਦੋਂ ਕਹਿੰਦੀ ਉਹਨੇ ਸਤਿਗੁਰਾਂ ਦੇ ਚਰਨਾਂ ਨੂੰ ਫੜ ਕੇ ਦਿਸ਼ਾ ਘੁਮਾ ਦਿੱਤੀ, ਉਹਨੇ ਪਿੱਛੇ ਨਹੀਂ ਵੇਖਿਆ ਪਿੱਛੇ ਕੀ ਗੁਣ ਹੁੰਦਾ ਏ। ਕਾਬਾ ਸੰਗ ਚੱਲਿਓ ਨੀਰ ਨੋਕਾ ਜਿਮ ਹੱਲਿਓ ਤਬ ਭਇਓ ਥਿਰ ਜਾਏ ਜਿਤ ਚਰਨ ਸੁਹਾਏ ਹੈ। ਜਦੋਂ ਪੱਛਮ ਤੋਂ ਘੁਮਾ ਕੇ ਸਤਿਗੁਰਾਂ ਦੇ ਚਰਨ ਉੱਤਰ ਦੀ ਦਿਸ਼ਾ ਕੀਤੇ, ਪਿੱਛੋਂ ਆਵਾਜ਼ ਆਈ। ਉਹ ਕਹਿੰਦੇ ਪਤਾ ਨਹੀਂ ਕਾਬੇ ਨੂੰ ਕੀ ਹੋ ਗਿਆ। ਗੁੱਸੇ 'ਚ ਤੇ ਭਰੇ ਆ ਵੀ ਕਾਫਰ ਲੋਕ ਪਏ ਇੱਥੇ। ਉਹਨੇ ਪਿੱਛੇ ਮੁੜ ਕੇ ਵੇਖਿਆ ਵੀ ਮੇਰੀ ਪਿੱਠ ਪਿੱਛੇ ਕਾਬਾ ਕਿਵੇਂ ਆ ਗਿਆ। ਕਾਬਾ ਸ਼ਰੀਫ ਆਪਣੀ ਥਾਂ ਤੋਂ ਹੀ ਹਿੱਲ ਗਿਆ। ਆਖੋ ਸਤਿਨਾਮ। ਜਿੱਧਰ ਜਿੱਧਰ ਪਰਮਾਤਮਾ ਪਿਆਰੇ ਦੇ ਚਰਨ ਹੁੰਦੇ ਆ, ਕਹਿੰਦੇ ਮੱਕੇ ਦਾ ਉਹ ਖਾਨਾ ਕਾਬਾ ਚਰਨਾਂ ਦੀ ਦਿਸ਼ਾ 'ਚ ਹੋਈ ਜਾਂਦਾ। ਪਰ ਅਜੇ ਤੇ ਗੁੱਸਾ ਹੀ ਨਹੀਂ ਲੱਥਿਆ, ਉਹਨੂੰ ਤੇ ਸਮਝ ਹੀ ਨਹੀਂ ਆਉਂਦੀ ਹੋ ਕੀ ਰਿਹਾ। ਉਹਨੇ ਫੇਰ ਚਰਨ ਫੜੇ, ਉੱਤਰ ਤੋਂ ਦੱਖਣ ਨੂੰ ਹੋ ਗਿਆ। ਜਿਵੇਂ ਚਰਖੀ ਘੁੰਮਦੀ ਆ ਨਾ, ਸਤਿਗੁਰਾਂ ਨੂੰ ਏਦਾਂ ਘੁਮਾਉਂਦਾ ਜਿਵੇਂ ਪਾਣੀ ਵਿੱਚ ਇੱਕ ਕਿਸ਼ਤੀ ਆਪਣੀ ਦਿਸ਼ਾ ਬਦਲਦੀ ਹੋਵੇ, ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ। ਗੁੱਸੇ ਵਿੱਚ ਭਰੇ ਨੇ ਵੀ ਇਹ ਕਾਫਰ ਲੋਕ ਨੇ। ਨਾ ਹਿੰਦੂਆਂ ਦਾ ਪਤਾ ਲੱਗੇ ਨਾ ਪਤਾ ਲੱਗੇ ਮੁਸਲਮਾਨ ਨੇ। ਗੁਰੂ ਨਾਨਕ ਸਾਹਿਬ ਜੀਆਂ ਦੇ ਚਰਨ ਫੜ ਕੇ ਉਹਨੇ ਫੇਰ ਘੁਮਾ ਦਿੱਤਾ ਏ। ਹਟਿਓ ਜਬ ਦੇਖਿਓ ਜਿਤ ਪੱਗ ਤਿਤ ਕਬ ਗਇਓ ਮੂੜ ਮਤ ਬਿਸਮ ਨਾ ਕਛੂ ਜਾਣ ਪਾਏ ਹੈ। ਪਰ ਇਹ ਮੂਰਖ ਮੁੱਲਾ ਜਾਣ ਹੀ ਨਹੀਂ ਸਕਿਆ। ਗੁਰੂ ਬਾਬਾ ਜੀ ਦੇ ਚੋਜ ਜਦੋਂ ਵੇਖਿਆ ਵੀ ਉੱਤਰ ਦੀ ਦਿਸ਼ਾ ਕਾਬਾ, ਫੇਰ ਚਰਨ ਘਮਾਏ ਦੱਖਣ ਨੂੰ। ਹੁਣ ਦੱਖਣ ਦੀ ਦਿਸ਼ਾ 'ਚ ਆ ਗਿਆ। ਭਾਵ ਕਾਬਾ ਸ਼ਰੀਫ ਗੁਰੂ ਨਾਨਕ ਸਾਹਿਬ ਦੇ ਚਰਨਾਂ ਵੱਲ ਹੀ ਰਹਿੰਦਾ। ਪਰ ਗੁੱਸਾ ਵੱਧਦਾ ਜਾਂਦਾ ਵੀ ਇਹ ਤੇ ਮੇਰੇ ਖੁਦਾ ਦਾ ਨਰਾਦਰ ਕਰਦੇ ਆ, ਇਹ ਤੇ ਮੇਰੇ ਅੱਲਾ ਦਾ ਤਿਰਸਕਾਰ ਕਰਦੇ ਆ। ਕਹਿੰਦੇ ਹੰਕਾਰ ਵਿੱਚ ਭਰੇ ਨੇ, ਨਾਲੇ ਤੇ ਬੋਲ ਕਬੋਲ ਬੋਲੇ ਗੁਰੂ ਪਾਤਸ਼ਾਹ ਨੂੰ। ਕਾਫਰ ਕਾਫਰ ਬਾਰ-ਬਾਰ ਕਹਿੰਦਾ। ਕਦੇ ਕਹਿੰਦਾ ਤੁਸੀਂ ਗਵਾਰ ਹੋ, ਕਦੇ ਕਹਿੰਦਾ ਮੂਰਖ ਹੋ, ਤੁਹਾਨੂੰ ਮੱਤ ਨਹੀਂ। ਪਰ ਮੇਰੇ ਸਾਹਿਬਾਂ ਨੇ ਇੱਕ ਵੀ ਮੰਦੜਾ ਬੋਲ ਨਹੀਂ ਬੋਲਿਆ। ਸਤਿਗੁਰ ਚੁੱਪ ਹਨ। ਹਾਥ ਵਿਖੇ ਪਾਏ ਜਿਉਂ ਜਿਉਂ ਹੋਤ ਸੋ ਡੋਲਾਏ ਮਨ ਤਿਉਂ ਤਿਉਂ ਧੋ ਸੰਗ ਸੋ ਮਨਾਰ ਨ ਡੋਲਾਏ ਹੈ। ਫੇਰ ਦੱਖਣ ਤੋਂ ਪੂਰਬ ਵਾਲੇ ਪਾਸੇ ਸਤਿਗੁਰਾਂ ਦੇ ਚਰਨ ਕਰ ਦਿੱਤੇ। ਕਹਿੰਦੇ ਕਾਬਾ ਉਹ ਛੋਟਾ ਜਿਹਾ ਕਮਰਾ ਜਿਹਨੂੰ ਕਾਬਾ ਸ਼ਰੀਫ ਕਹਿੰਦੇ ਆ, ਉਹ ਪੂਰਬ ਦੀ ਦਿਸ਼ਾ ਹੈ। ਫੇਰ ਭਟਕੇ ਹੋਏ ਨੇ। ਜਿਹੜੀ ਦਿਸ਼ਾ 'ਚ ਪਹਿਲਾ ਚਰਨ ਸੀ ਅੱਕ ਗਿਆ ਨਾ। ਹੁਣ ਜੋ ਕਰਨਾ ਚਾਹੁੰਦਾ ਉਹਨੂੰ ਲੱਗਦਾ ਵੀ ਸ਼ਾਇਦ ਮੇਰਾ ਦਿਮਾਗ ਫਿਰ ਗਿਆ, ਮੈਨੂੰ ਹਰ ਪਾਸੇ ਕਾਬਾ ਦਿਸੀ ਜਾਂਦਾ। ਕਈ ਵਾਰ ਭੁਲੇਖਾ ਲੱਗ ਜਾਂਦਾ, ਚੱਕਰ ਆ ਜਾਂਦੇ ਆ। ਉਹ ਫੇਰ ਪੱਛਮ ਦੀ ਦਿਸ਼ਾ ਵਿੱਚ ਹੋਇਆ। ਵੇਖਿਆ ਕਾਬਾ ਸਤਿਗੁਰਾਂ ਦੇ ਚਰਨਾਂ ਵਾਲੇ ਪਾਸੇ। ਗੱਲ ਸਮਝ ਤੋਂ ਬਾਹਰ ਹੋ ਗਈ। ਸਵਈਆ ਲਜਤ ਹੋਏ ਗਇਓ ਤਬ ਜੀਵਨ
ਭੇਦ ਨ ਜਾਣਤ ਹੈ ਗਵਾਰਾ। ਸ਼ੋਰ ਦਏ ਪਦ ਕਾਬਾ ਭਇਓ ਥੇਰ ਮੰਦ ਮਤੀ, ਕੀਆ ਕ੍ਰੋਧ ਪਾਰਾ। ਇੰਨੇ ਗੁੱਸੇ ਵਿੱਚ ਆਇਆ ਗੁਰੂ ਨਾਨਕ ਸਾਹਿਬ ਜੀਆਂ ਦੇ ਚਰਨ ਚਲਾ ਕੇ ਧਰਤੀ ਨਾਲ ਮਾਰੇ ਵੀ ਇਹ ਕੀ ਹੋ ਗਿਆ। ਕਾਬਾ ਸ਼ਰੀਫ ਫਿਰ ਪੱਛਮ ਦੀ ਦਿਸ਼ਾ ਦੇ ਵਿੱਚ ਹੈ। ਜਦੋਂ ਬੰਦਾ ਪਜ਼ਲ ਹੋ ਜੇ, ਗੱਲ ਸਮਝ ਤੋਂ ਬਾਹਰ ਹੋ ਜੇ, ਉਹ ਉਦੋਂ ਅੱਕ ਜਾਂਦਾ ਹੈ, ਪਰੇਸ਼ਾਨ ਹੋ ਜਾਂਦਾ ਹੈ। ਉਹ ਕਹਿੰਦਾ ਇਹ ਕਾਫਰ ਕਰਦੇ ਕੀ ਨੇ, ਕਾਬਾ ਹਿਲਾ ਕੇ ਰੱਖਦਾ ਇਹਨਾਂ ਨੇ। ਪਰ ਉਹ ਤੇ ਸੋਚਦਾ ਸੀ ਵੀ ਇਹਨਾਂ ਦੇ ਪੈਰਾਂ ਕਰਕੇ ਕਾਬੇ ਦਾ ਨਰਾਦਰ ਹੋ ਗਿਆ। ਅਜੇ ਗੱਲ ਮੱਤ ਵਿੱਚ ਨਹੀਂ ਆਈ, ਅਜੇ ਸਮਝ ਨਹੀਂ ਆਇਆ। ਕਹਿੰਦੇ ਉਹ ਮੁੱਲੇ ਜੀਵਨ ਨੇ ਸਤਿਗੁਰਾਂ ਦੇ ਚਰਨਾਂ ਨੂੰ ਧਰਤੀ ਨਾਲ ਜ਼ੋਰ ਦੀ ਮਾਰਿਆ ਤੇ ਲੱਕ ਤੇ ਹੱਥ ਲੱਕ ਰੱਖ ਕੇ ਖੜ ਗਿਆ ਵੀ ਹੋ ਕੀ ਰਿਹਾ ਹੈ। ਗੱਲ ਬਸ ਤੋਂ ਬਾਹਰ, ਲੋਕਾਂ ਚ ਰੌਲਾ ਪੈ ਗਿਆ, ਹਾਹਾਕਾਰ ਮਚ ਗਈ। ਉਹ ਚੱਲੇ ਨ ਜਬੈ ਬਸ ਤਾਂ ਛਿਨ, ਹੋਰ ਕਠੋਰ ਹੈ ਬਚਨ ਉਚਾਰਾ। ਅੱਕ ਥੱਕ ਕੇ ਕੋਲ ਬਹਿ ਗਿਆ, ਬੈਠਾ ਫਿਰ ਵੀ ਨਾ ਹਟੇ। ਕਠੋਰ ਸ਼ਬਦ ਬੋਲੇ, ਮਾੜੇ ਮਾੜੇ ਅਲਫਾਜ਼ ਬੋਲੇ। ਉਹਦੀ ਮੱਤ ਕਹਿੰਦੀ ਹੈ ਵੀ ਇਹ ਕਾਫਰ ਲੋਕ ਨੇ, ਇਹਨਾਂ ਨੇ ਅੱਲਾ ਦੀ ਤੋਹੀਨ ਕੀਤੀ ਹੈ। ਕਿਉਂਕਿ ਜਦੋਂ ਬੰਦਾ ਆਪਣੀ ਅਕਲ ਨੂੰ ਸੱਚ ਮੰਨ ਕੇ ਬਹਿ ਜਾਂਦਾ, ਉਹਦੇ ਲਈ ਪੈਗੰਬਰ, ਰਹਿਬਰ, ਗੁਰੂ, ਪੀਰ, ਫਿਰ ਉਹਨਾਂ ਦਾ ਗਿਆਨ ਨਹੀਂ ਲੱਗਦਾ। ਜੀਵਨ ਮੁੱਲਾ ਆਪਣੇ ਹੰਕਾਰ ਵਿੱਚ ਗੁਰੂ ਨਾਨਕ ਸਾਹਿਬ ਨੂੰ ਮੰਦੜੇ ਬੋਲਦਾ। ਕਿਉਂ ਬੋਲਦਾ ਹੈ? ਕਿਉਂਕਿ ਉਹਨੂੰ ਲਿਬਾਸ ਚੁੱਭਦਾ ਹੈ ਵੀ ਇਹ ਪਤਾ ਨਹੀਂ ਹਿੰਦੂ ਨੇ, ਪਤਾ ਨਹੀਂ ਮੁਸਲਮਾਨ ਨੇ। ਜੇ ਹਿੰਦੂ ਇੱਥੇ ਕਰਨ ਕੀ ਆਏ ਨੇ, ਫਿਰ ਇਹ ਕਾਫਰ ਨੇ। ਇਹਨਾਂ ਆ ਕੇ ਕਾਬੇ ਦਾ ਨਰਾਦਰ ਕੀਤਾ ਏ। ਪੂਰਨ ਬਾਹਰ ਕੋ ਨਿਕਸੋ, ਰਹਿ ਬੇਹਤ ਲਾਉ ਨਾ ਹੋਰ ਅਵਾਰਾ। ਸਤਿਗੁਰਾਂ ਨੂੰ ਝੜਕ ਕੇ ਕਹਿੰਦਾ ਇੱਥੋਂ ਉੱਠੋ, ਬਾਹਰ ਚੱਲੋ, ਦੇਰ ਨਾ ਲਾਓ। ਕਿਉਂਕਿ ਹੰਕਾਰ ਅਤੇ ਗੁੱਸਾ ਜਦੋਂ ਇਕੱਠੇ ਹੋ ਜਾਣ, ਅੱਖਾਂ ਤੋਂ ਦਿਸਦਾ ਨਹੀਂ, ਕੰਨਾਂ ਤੋਂ ਸੁਣਦਾ ਨਹੀਂ। ਗੁਰੂ ਬਾਬਾ ਵੇਖੋ, ਪਰਮੇਸ਼ਰ ਨੇ ਇੰਨੇ ਕਠੋਰ ਸ਼ਬਦ ਸਤਿਗੁਰਾਂ ਨੇ ਕਿਸੇ ਦੇ ਭਲੇ ਲਈ ਸੁਣੇ ਆ। ਤੇ ਮੈਂ ਕਹਿੰਦਾ ਸਾਨੂੰ ਕੋਈ ਹੋਏ ਕਹਿ ਦੇ, ਸੁਣ ਸਕਦੇ ਹਾਂ ਜੀ? ਨਹੀਂ, ਸਹਿਣਸ਼ੀਲਤਾ ਨਹੀਂ, ਬਰਦਾਸ਼ਤ ਸ਼ਕਤੀ ਨਹੀਂ ਹੈ। ਪਰ ਸਾਹਿਬਾਂ ਨੇ ਇੰਨੇ ਲੋਕਾਂ ਦੇ ਵਿੱਚ ਕੌੜੇ ਸ਼ਬਦ ਉਸ ਮੁੱਲਾਂ ਦੇ ਸੁਣੇ, ਜਿਹਨੇ ਰੌਲਾ ਵੀ ਪਾਇਆ, ਸ਼ੋਰ ਵੀ ਮਚਾਇਆ, ਪਰ ਸਤਿਗੁਰ ਅਜੇ ਵੀ ਨਾ ਬੋਲੇ। ਭਾਈ ਬਾਲਾ ਜੀ ਕਹਿੰਦੇ ਹੈਰਾਨ ਸਾਂ ਅਸੀਂ, ਇਹ ਕੀ ਚੋਜ ਆ ਮੇਰੇ ਸਾਹਿਬਾਂ ਦਾ, ਜਿਨ੍ਹਾਂ ਦਾ ਭੇਦ ਨਹੀਂ ਆਉਂਦਾ। ਦੋਹਰਾ ਸੱਚ ਬਤਾਉ ਤੂੰ ਕੌਣ ਹੈ, ਹਿੰਦਨ ਜੈਸੀ ਰੀਤ, ਮੁਸਲਮਾਨ ਕਿਉਂ ਕਰ ਸਕੈ, ਜੋ ਐਸੀ ਵਿਪਰੀਤ। ਜਦੋਂ ਲੋਕਾਂ ਨੇ ਕਿਹਾ ਵੀ ਇਹਨਾਂ ਫਕੀਰਾਂ ਦੇ ਚਰਨਾਂ ਨਾਲ ਕਾਬਾ ਘੁੰਮਦਾ ਹੈ, ਮੁੱਲਾ ਜੀਵਨ ਕੋਲ ਬਹਿ ਗਿਆ। ਕਹਿੰਦਾ ਸੱਚ ਸੱਚ ਦੱਸੋ ਤੁਸੀਂ ਹੈ ਕੌਣ। ਇੰਨਾ ਤੇ ਉਹਨੇ ਚਮਤਕਾਰ ਵੇਖ ਲਿਆ, ਕਰਾਮਾਤ ਵੇਖ ਲਈ। ਪਰ ਜੇ ਅੱਜ ਕਿਸੇ ਮੁਸਲਮਾਨ ਵੀਰ ਕੋਲੇ ਗੱਲ ਕਰੋ ਨਾ, ਕਾਬਾ ਘੁੰਮ ਗਿਆ, ਮੰਨਣ ਲਈ ਤਿਆਰ ਨਹੀਂ। ਉਹਨਾਂ ਨੂੰ ਸ਼ਰਮ ਆਉਂਦੀ ਹੈ ਵੀ ਲੋਕ ਕੀ ਕਹਿਣਗੇ, ਵੀ ਸਾਡਾ ਕਾਬਾ ਹੀ ਲੱਗਿਆ। ਪਰ ਇਸਲਾਮ ਦੀਆਂ ਲਿਖਤਾਂ ਲਿਖਦੀਆਂ ਨੇ ਕਾਬਾ ਇੱਕ ਵਾਰ ਨਹੀਂ। ਜਦੋਂ ਇੱਕ ਵਾਰ ਇਬਰਾਹੀਮ ਮੂਸਾ, ਜਦੋਂ ਕੋਈ ਕਾਰਨ ਸੀ, ਉਹ ਕਾਬਾ ਸ਼ਰੀਫ ਦਰਸ਼ਨ ਕਰਨ ਗਏ, ਕਹਿੰਦੇ ਮਿਲਿਆ ਹੀ ਨਾ। ਰਾਬੀਆ ਇੱਕ ਮੁਸਲਮਾਨ ਲੜਕੀ, ਜਿਹਦਾ ਨਾਮ ਕਈ ਸਰੋਤਾਂ ਦੇ ਵਿੱਚ ਰਹਿਬਾਂ ਵੀ ਆਉਂਦਾ ਹੈ, ਜਦੋਂ ਮੱਕੇ ਦੀ ਯਾਤਰਾ ਵਾਸਤੇ ਗਈ, ਤੁਰੀ ਜਾ ਰਹੀ ਹੈ ਯਾਤਰਾ ਕਰਨ ਵਾਸਤੇ, ਰਸਤੇ ਵਿੱਚ ਨਾ ਉਹਨੇ ਵੇਖਿਆ ਇੱਕ ਕੁੱਤੀ ਤੇ ਛੋਟੇ ਛੋਟੇ ਬੱਚੇ ਪਾਣੀ ਦੀ ਪਿਆਸ ਵਜੋਂ ਤੜਫ ਰਹੇ ਆ। ਬਾਕੀ ਸਾਰੇ ਲੋਕ ਕਹਿੰਦੇ ਅਸੀਂ ਲੇਟ ਹੋ ਜਾਣਾ, ਅਸੀਂ ਤੇ ਧਾਰਮਿਕ ਥਾਂ ਤੇ ਚੱਲੇ ਆ, ਅਸੀਂ ਇਹਨਾਂ ਤੋਂ ਕੀ ਲੈਣਾ। ਰਾਬੀਆ ਰਹਿਬਾ ਉਹਦੇ ਮਨ 'ਚ ਤਰਸ ਆਇਆ, ਬਣਾ ਇਹਨਾਂ ਨੂੰ ਪਿਆਸੇ ਛੱਡ ਕੇ, ਮੌਤ ਦੇ ਮੂੰਹ 'ਚ ਛੱਡ ਕੇ ਮੈਂ ਮੱਕੇ ਦੇ ਦਰਸ਼ਨ ਕਰਨ ਗਈ, ਤੇ ਕੀ ਫਾਇਦਾ ਇਹੋ ਜਿਹੀ ਯਾਤਰਾ ਦਾ। ਉਹਨੇ ਫਿਰ ਕੀ ਕੀਤਾ, ਸਿਰ ਕੀ ਸੋਭ ਉਤਾਰ ਕੇ ਚੀਨਿਓ ਆਤਮ ਰਾਮ, 60 ਕੋਸ ਪਰ ਮੱਕਾ ਮਿਲਿਓ, ਦੇਖ ਦਇਆ ਕੇ ਕਾਮ। ਉਹਨੇ ਆਪਣੇ ਸਿਰ ਦੇ ਵਾਲ ਪੱਟੇ, ਸਾਰੇ ਵਾਲ ਲਾ ਕੇ ਨਾ ਸਿਰ ਦੇ ਡੋਰ ਬਣਾ ਲਈ, ਰੱਸੀ, ਕੱਪੜਾ ਲਟਕਾਇਆ, ਪਾਣੀ ਖੂਹ ਦੇ ਵਿੱਚ ਸੀ ਜਿਹੜਾ ਡੂੰਘਾ, ਹੁਣ ਸਿਰ ਦੇ ਵਾਲਾਂ ਦੀ ਤੇ ਰੱਸੀ ਬਣਾ ਲਈ। ਆਪਣੇ ਦੁਪੱਟੇ ਦੇ ਨਾਲ ਉਹ ਪਾਣੀ 'ਚ ਗਿੱਲਾ ਕੀਤਾ, ਉਹਨੂੰ ਬਾਹਰ ਕੱਢਿਆ ਕਰੇ ਹੱਥਾਂ ਨਾਲ, ਉਹ ਛੋਟੇ ਛੋਟੇ ਬੱਚਿਆਂ ਦੇ ਮੂੰਹ 'ਚ ਪਾਣੀ ਪਾਵੇ,
ਕਹਿੰਦੇ ਜਦੋਂ ਇਹ ਤਰਸ ਇਹ ਦਇਆ ਵੇਖੀ ਨਾ 60 ਕੋ ਤੇ ਮੱਕੇ ਤੋਂ ਚੱਲ ਕੇ ਕਾਬਾ ਆਪਣੀ ਭਗਤਣੀ ਨੂੰ ਦੀਦਾਰ ਦੇਣ ਆ ਗਿਆ। ਆਖੋ ਸਤਨਾਮ। ਵੀ ਇਹ ਚੱਲ ਕੇ ਜਾ ਨਹੀਂ ਸਕਦੀ। ਜੇ ਇਸਲਾਮ ਵਾਲੇ ਕਹਿੰਦੇ ਆ ਨਾ ਵੀ ਮੱਕਾ ਘੁੰਮਿਆ ਨਹੀਂ, ਉਹਨਾਂ ਨੂੰ ਪੁੱਛੋ ਫਿਰ ਰਹਿਬਾਂ ਦੇ ਕੋਲ ਕਿਵੇਂ ਆ ਗਿਆ? ਤੁਹਾਡੀਆਂ ਲਿਖਤਾਂ ਲਿਖਦੀਆਂ। ਰਾਵੀਆ ਦੇ ਕੋਲ ਕਿਵੇਂ ਗਿਆ? ਪੈਗੰਬਰ ਮੂਸਾ ਦੇ ਕੋਲ ਕਿਵੇਂ ਗਿਆ? ਇੱਕ ਵਾਰ ਨਹੀਂ 3 ਵਾਰ ਕਾਬਾ ਆਪਣੀ ਥਾਂ ਤੋਂ ਹਿੱਲਿਆ ਏ। ਅੱਜ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨਾਲ ਜਦੋਂ ਕਾਬਾ ਘੁੰਮਿਆ, ਉਹ ਪੁੱਛਦਾ ਪਹਿਲਾਂ ਮੈਨੂੰ ਸੱਚ ਦੱਸੋ, ਤੁਸੀਂ ਹੈ ਕਰਾਮਾਤੀ? ਮੈਂ ਜਾਣ ਲਿਆ ਤੁਸੀਂ ਹਿੰਦੂ ਹੋ ਜਾਂ ਮੁਸਲਮਾਨ ਹੋ, ਕਿਉਂਕਿ ਤੁਹਾਡਾ ਜਿਹੜਾ ਲਿਬਾਸ ਹੈ ਨਾ ਉਹ ਦੁਬਦਾ ਪਾਉਂਦਾ ਏ। ਸੁਬਹ ਵਖਤ ਕੀ ਸੈਨ ਕੋ ਜਾਣਤ ਨਹੀਂ ਨਿਵਾਜ। ਪਹਿਲੀ ਗੱਲ, ਜੇ ਤੁਸੀਂ ਸੱਚੇ ਮੁਸਲਮਾਨ ਹੁੰਦੇ, ਠੀਕ ਆ, ਦਬਚਤ ਦੇ ਕੱਪੜੇ ਮੁਸਲਮਾਨਾਂ ਵਾਲੇ ਪਾਏ ਆ, ਬਾਕੀ ਤੁਸੀਂ ਤਿਲਕ ਲਾ ਕੇ ਜਨੇਊ ਵੀ ਪਾਈ ਫਿਰਦੇ ਹੋ, ਕਿਉਂਕਿ ਸੱਚਾ ਮੁਸਲਮਾਨ ਤੇ ਨਾ ਜਨੇਊ ਪਾਵੇ ਨਾ ਤਿਲਕ ਲਾਵੇ ਮਰ ਜੂ। ਸਾਡੇ ਸਿੱਖਾਂ ਦਾ ਕੰਮ ਥੋੜੀ ਹੈ ਵੀ ਮੰਦਰ ਜਗਰਾਤੇ ਤੇ ਗਏ ਉੱਥੇ ਤਿਲਕ ਲਵਾ ਕੇ ਬਹਿ ਗਏ, ਉੱਥੇ ਜੈ ਸਿਆ ਰਾਮ। ਸਾਡੇ ਵਾਲਾ ਤਾਂ ਸਾਰਾ ਕੁਝ ਹੀ ਚੱਲੀ ਜਾਂਦਾ ਹੈ, ਮੁਸਲਮਾਨ ਨਹੀਂ ਜਾਂਦਾ ਪੱਕਾ ਹੈ। ਉਹ ਕਹਿੰਦਾ ਵੀ ਮੈਨੂੰ ਲੱਗਦਾ ਵੀ ਤੁਸੀਂ ਮੁਸਲਮਾਨ ਹੈ ਹੀ ਨਹੀਂ, ਨਾਲੇ ਜੇ ਹੁੰਦੇ ਤੇ ਰਸੂਲ ਦੇ ਘਰ ਵੱਲ ਤੁਸੀਂ ਪੈਰ ਕਰਦੇ ਜੇ ਮੁਸਲਮਾਨ ਹੁੰਦੇ। ਤੇ ਤੀਜਾ ਗੁਣ ਮੁਸਲਮਾਨ ਦੀ ਪਛਾਣ ਵੀ ਆ ਸਵਖਤੇ ਨਮਾਜ਼ ਦਾ ਸਮਾਂ ਤੇ ਤੁਸੀਂ ਲੰਮੀਆਂ ਤਾਣੀ ਪਏ ਆ। ਕੋਈ ਸਤਨਾਮ। ਉਹ ਮੁਸਲਮਾਨ ਥੋੜੀ ਹੈ ਜਿਹੜਾ ਨਮਾਜ਼ ਦੇ ਸਮੇਂ ਸੁੱਤਾ ਪਿਆ ਹੋਵੇ। ਕਦੇ ਮੁਸਲਮਾਨ ਵਰਕਰਾਂ ਨੂੰ ਵੇਖਿਓ, ਭਾਵੇਂ ਦਿਹਾੜੀ ਕਰਦੇ ਹੋਣ, ਭਾਵੇਂ ਕੱਪੜੇ ਦਾ ਕੰਮ ਕਰਨ, ਕੋਈ ਕਲਾਕਾਰੀ ਕਰਨ, ਗੁਰਦੁਆਰਿਆਂ ਵਿੱਚ ਕੰਮ ਕਰਦੇ ਆ, ਪਰ ਜਦੋਂ ਨਮਾਜ਼ ਦਾ ਸਮਾਂ ਹੋ ਗਿਆ ਨਾ, ਉਹ ਸਾਰਾ ਕੰਮ ਬੰਦ ਕਰਕੇ ਪਹਿਲਾਂ ਨਮਾਜ਼ ਅਦਾ ਕਰਦੇ ਆ, ਨਮਾਜ਼ ਪੜ੍ਹਦੇ ਆ, ਤੇ ਫਿਰ ਉਹ ਤੋਂ ਬਾਅਦ ਆਪਣਾ ਕੰਮ ਤੇ ਆਪਣੀ ਰੋਟੀ ਸ਼ੁਰੂ ਕਰਦੇ ਆ। ਮਤਲਬ ਪੱਕੇ ਆ। ਉਹਨੇ ਫਿਰ ਤੀਜੀ ਗੱਲ ਵੇਖੀ, ਕਹਿੰਦਾ ਤੁਸੀਂ ਮੰਨੋ ਨਾ ਮੰਨੋ, ਪਰ ਮੈਨੂੰ ਲੱਗਦਾ ਤੁਸੀਂ ਮੁਸਲਮਾਨ ਨਹੀਂ, ਕਿਉਂਕਿ ਨਮਾਜ਼ ਦੇ ਸਮੇਂ ਲੋਕੀ ਐਡੀ ਦੂਰੋਂ ਹੱਜ ਕਰਨ ਆਏ, ਸੌਣ ਥੋੜੀ ਆਏ। ਇੱਥੇ ਯਾਤਰਾ ਤੇ ਜਾਈਏ, ਸੌਣ ਥੋੜਾ ਜਾਈਦਾ। ਕੋਸ਼ਿਸ਼ ਕਰੀਦੀ ਆ ਵੱਧ ਤੋਂ ਵੱਧ ਦਰਸ਼ਨ ਕਰ ਲਈਏ, ਤੁਰ ਫਿਰ ਲਈਏ, ਲਾਹਾ ਲੈ ਲਈਏ। ਵੀ ਤੁਸੀਂ ਰਸੂਲ ਦੇ ਘਰ ਵੱਲ ਪੈਰ ਕਰਕੇ ਬੇਖੌਫ ਸੁੱਤੇ ਹੋ, ਇਸ ਪੱਖ ਤੋਂ ਤੁਸੀਂ ਮੁਸਲਮਾਨ ਹੋ ਨਹੀਂ ਸਕਦੇ। ਇਹ ਤੇ ਆਏ ਗਵਰ ਤੂੰ ਨਹੀਂ ਮਨ ਕੀ ਲਾਜ। ਮੈਨੂੰ ਲੱਗਦਾ ਓਏ ਗਵਾਰ ਮੂਰਖਾ, ਤੂੰ ਤੇ ਇਸਲਾਮ ਦੀ ਲਾਜ ਹੀ ਨਹੀਂ ਰੱਖੀ। ਮੈਂ ਕਹਿੰਦਾ ਭੈੜੇ ਭੈੜੇ ਸ਼ਬਦ ਉਹਨੇ ਵਰਤੇ, ਅਣਜਾਣ ਹੈ, ਜਾਣਦਾ ਹੀ ਨਹੀਂ, ਪਰ ਵੱਡਿਆਂ ਕਰਮਾਂ ਵਾਲਾ ਹੈ। ਭਾਵੇਂ ਅਣਜਾਣ ਹੋ ਕੇ ਬੋਲਦਾ, ਰੱਬ ਸਾਹਮਣੇ ਬੈਠਾ। ਆਖੋ ਸਤਨਾਮ। ਕਿੱਡੀ ਵੱਡੀ ਕਿਸਮਤ ਹੈ ਜੀ। ਠੀਕ ਆ, ਅਜੇ ਤੱਕ ਪਛਾਣ ਨਹੀਂ, ਹੌਲੀ ਹੌਲੀ ਆਜੂ, ਬੈਠਾ ਤੇ ਰੱਬ ਦੇ ਕੋਲੇ ਹੀ ਹੈ ਨਾ, ਪਰ ਉਹ ਰੱਬ ਵੱਲ ਵੀ ਵੇਖੋ। ਇੰਨਾ ਕੁਝ ਸੁਣ ਕੇ ਉਹਨੇ ਇੱਕ ਵਾਰ ਵੀ ਨਹੀਂ ਕਿਹਾ ਮੈਂ ਪਰਮੇਸ਼ਰ ਆ ਭਾਈ, ਮੈਨੂੰ ਕਿਉਂ ਮਾੜਾ ਬੋਲਦਾ, ਮੇਰਾ ਹੀ ਤੇ ਘਰ ਹੈ ਮੱਕਾ। ਨਾ, ਭੇਦ ਹੀ ਨਹੀਂ ਦਿੰਦੇ ਕਿਸੇ ਨੂੰ। ਜਦੋਂ ਕਹਿੰਦੇ ਜੀਵਨ ਮੁੱਲਾ ਬੋਲਿਆ, ਉਹਨੂੰ ਸੁਣ ਕੇ ਕਈ ਮੁੱਲਾ ਹੋਰ ਆ ਗਏ, ਟਿੱਕਾ ਟਿੱਪਣੀ ਕਰਦੇ ਆ, ਪਰ ਸਭ ਨੇ ਵੇਖਿਆ ਵੀ ਮੱਕਾ ਕਾਬਾ ਘੁੰਮਿਆ, ਇਹ ਅੱਜ ਕਿਵੇਂ ਹੋ ਗਿਆ? ਉਹ ਵੀ ਨਮਾਜ਼ ਦੇ ਸਮੇਂ, ਸਵੇਰੇ ਸਵੇਰ ਦਾ ਟਾਈਮ ਸੀ, ਅੰਮ੍ਰਿਤ ਵੇਲੇ ਦਾ ਸਮਾਂ। ਐਡੀ ਘਟਨਾ ਘਟੀ ਐ। ਉੱਠ ਬੈਠੇ ਸ੍ਰੀ ਗੁਰ ਤਬੈ ਸੁਮਤੀ ਦੇਨ ਵਿਸਾਲ। ਜਦੋਂ ਬਾਰ-ਬਾਰ ਆਖੇ, ਕਹਿੰਦਾ ਜੇ ਤੁਸੀਂ ਮੁਸਲਮਾਨ ਹੁੰਦੇ ਨਮਾਜ਼ ਪੜ੍ਹਦੇ, ਮੁਸਲਮਾਨ ਹੁੰਦੇ ਨਮਾਜ਼ ਪੜ੍ਹਦੇ, ਤੁਸੀਂ ਝੂਠੇ ਮੁਸਲਮਾਨ, ਤੁਸੀਂ ਗੈਰ ਮੁਸਲਮਾਨ। ਗੁਰੂ ਨਾਨਕ ਸਾਹਿਬ ਮਰਜ ਉੱਠ ਕੇ ਬਹਿ ਗਏ। ਕਹਿੰਦੇ ਭਾਈ ਕੀ ਕਿਹਾ ਸੀ? ਕਹਿੰਦਾ ਤੁਸੀਂ ਮੁਸਲਮਾਨ ਨਹੀਂ, ਕੱਚੇ ਹੋ ਤੁਸੀਂ। ਮੈਂ ਇਸੇ ਵੇਲੇ ਮੁੱਲਿਆਂ ਨੂੰ ਬੁਲਾਵਾਂਗਾ, ਕਾਜ਼ੀਆਂ ਨੂੰ ਬੁਲਾਵਾਂਗਾ, ਫਤਵੇ ਲਵਾਵਾਂਗਾ, ਤੁਹਾਡਾ ਸਿਰ ਕਲਮ ਕਰਾਵਾਂਗਾ, ਕਿਉਂਕਿ ਤੁਸੀਂ ਇਹ ਪਾਪ ਕੀਤਾ ਹੈ। ਇਸਲਾਮ ਨਹੀਂ ਪਰਵਾਹ ਕਰਦਾ ਕਿਸੇ, ਉਹਨਾਂ ਦੇ ਕਾਨੂੰਨ ਕਾਇਦੇ ਕਿਹੋ ਜਿਹੇ ਆ, ਜੇ ਬੰਦਾ ਗੁਨਾਹ ਕਰਦਾ 24 ਘੰਟਿਆਂ ਦੇ ਵਿੱਚ ਫਾਸਟ ਟਰੈਕ ਕੋਰਟ ਬਣੇ ਆ, ਨਾਲ ਦੀ ਨਾਲ ਸਜ਼ਾ ਤੈਅ ਹੁੰਦੀ ਹੈ। ਸਾਡੇ ਵਾਲਾ ਹਿਸਾਬ ਥੋੜੀ ਆ ਵੀ 37 ਸਾਲ ਹੋ ਗਏ 1984 ਤੱਕ ਦਾ ਕਿਸੇ ਨੂੰ ਇਨਸਾਫ ਹੀ ਨਹੀਂ ਮਿਲਿਆ, ਹਜ਼ਾਰਾਂ ਲੋਕਾਂ ਦਾ। ਪਰ ਸਿਸਟਮ ਵੇਖੋ ਉਹਨਾਂ ਦਾ ਕਿੰਨਾ ਚੰਗਾ ਹੈ। ਜਿਸ ਵੇਲੇ ਉਹਨੇ ਦਾਬਾ ਮਾਰਿਆ ਨਾ, ਕਹਿੰਦਾ ਤੁਸੀਂ ਨਮਾਜ਼ ਨਹੀਂ ਪੜ੍ਹਦੇ, ਗੁਰੂ ਬਾਬਾ ਮੁਸਕਰਾ ਕੇ ਕਹਿੰਦੇ ਉਹ ਅਸੀਂ ਤੇ ਹਰ ਵੇਲੇ ਹੀ ਪੜ੍ਹਦੇ ਹਾਂ। ਕਹਿੰਦਾ ਜੇ ਤੁਹਾਨੂੰ ਨਮਾਜ਼ ਦਾ ਪਤਾ ਹੁੰਦਾ ਨਾ, ਤੁਸੀਂ ਇਸ ਟਾਈਮ ਸੌਂਦੇ ਨਾ, ਤੁਸੀਂ ਤੇ ਪੈਰ ਕਰੀ ਪਏ ਹੋ, ਨਮਾਜ਼ ਕਿੱਥੋਂ ਪੜ੍ਹਨਾ ਹੈ? ਤੁਸੀਂ ਤਿਰਸਕਾਰ ਕਰਦੇ ਹੋ, ਨਰਾਦਰ ਕਰਦੇ ਹੋ, ਇਹ ਤੁਸੀਂ ਪਾਪ ਕਰਵਾਇਆ ਏ। ਕੀ ਕਰਨ ਨਿਵਾਜ ਕੋ ਕਹਿ ਸਲੋਕ ਤੈ ਕਾਲ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਅਸੀਂ ਨਮਾਜ਼ ਪੜ੍ਹਦੇ ਆ ਤੇਰੇ ਤੋਂ ਚੰਗੀ। ਕਹਿੰਦਾ ਸੁਣਾਓ ਫਿਰ।
ਹੁਣ ਮੁਸਲਮਾਨ ਦੀ ਪਛਾਣ ਇਹੀ ਹੈ, 5 ਨਮਾਜ਼ਾਂ ਜ਼ੁਬਾਨੀ ਯਾਦ ਨੇ, ਪੜ੍ਹਦਾ ਹੈ। ਸਿੱਖ ਦੀ ਪਛਾਣ ਕੀ ਹੈ? ਜਪਜੀ ਦਾ ਜਾਪ ਕੰਠ ਹੋਵੇ। ਚਲੋ ਜੇ 5 ਬਾਣੀਆਂ ਨਹੀਂ ਨਾ ਪਤਾ, ਕਮ ਸੇ ਕਮ ਜਪਜੀ ਸਾਹਿਬ, ਜਾਪ ਸਾਹਿਬ, ਚੌਪਈ ਸਾਹਿਬ, ਸਵਈਏ ਤੇ ਆਨੰਦ ਸਾਹਿਬ, ਜੇ 7 ਨਹੀਂ ਯਾਦ ਹੀ ਤੇ ਯਾਦ ਹੋਣੀਆਂ ਚਾਹੀਦੀਆਂ। ਚਲੋ ਜੇ ਵੀ ਨਹੀਂ, ਇੱਕ ਜਪਜੀ ਸਾਹਿਬ ਤੇ ਦੂਜਾ ਸੋਦਰ ਰਹਿ ਰਾਜ ਸਾਹਿਬ ਤੇ ਕੰਠ ਹੀ ਹੋਣਾ ਚਾਹੀਦਾ, ਫੇਰ ਹੀ ਕਵਾਂਗੇ ਅਸੀਂ ਸਿੱਖ ਹਾਂ। ਕੱਲਾ ਮੂਲ ਮੰਤਰ ਸੁਣਾ ਕੇ 5 ਪੌੜੀਆਂ ਸੁਣਾ ਕੇ ਕੋਈ ਸਿੱਖ ਥੋੜਾ ਬਣ ਜਾਂਦਾ, ਉਹ ਤੇ ਬੱਚੇ ਵੀ ਯਾਦ ਕਰੀ ਫਿਰਦੇ ਆ। ਕਹਿੰਦਾ ਦੱਸੋ ਫਿਰ, ਗੁਰੂ ਪਾਤਸ਼ਾਹ ਨੂੰ ਕਹਿੰਦਾ ਕਿਹੜੀ ਨਮਾਜ਼ ਪੜ੍ਹਦੇ ਹੋ? ਜਿਹੜਾ ਮਨੁੱਖ ਨਮਾਜ਼ ਵੇਲੇ ਸੁੱਤਾ ਨੂੰ ਨਮਾਜ਼ ਦਾ ਕੀ ਪਤਾ ਹੈ? ਉਹ ਸਵਾਲ ਕਰਦਾ ਸਤਿਗੁਰਾਂ ਤੇ ਮੁੱਲਾ, ਕਿਉਂਕਿ ਉਹਨੂੰ ਇਹ ਮਾਣ ਆ ਵੀ ਮੈਂ ਕਾਬਾ ਸ਼ਰੀਫ ਦੀ ਸੇਵਾ ਕਰਦਾ, ਮੈਂ ਤੇ ਸਵੇਰੇ ਸਵੇਰੇ ਝਾੜੂ ਲਾਉਣਾ, ਕਰੰਟ ਕਿੰਨਾ ਉਹਦੇ ਦੇਖ ਲਓ, ਨੈਗੇਟਿਵ ਆ ਨਾ। ਬੜੀ ਦੁਨੀਆ ਤੁਹਾਨੂੰ ਧਾਰਮਿਕ ਥਾਵਾਂ ਤੇ ਮਿਲੂਗੀ, ਬਿਰਲੇ ਮਿਲਣਗੇ ਜੀ ਜਿਹੜੇ ਪੋਜ਼ਿਟਿਵ ਨੇ। ਸੇਵਾ ਕਰਦਿਆਂ ਕਿਸੇ ਨੇ ਮਾੜਾ ਸ਼ਬਦ ਵੀ ਕਹਿਤਾ, ਕੌੜਾ ਨਹੀਂ ਬੋਲਦੇ, ਬਹਿਸ ਨਹੀਂ ਕਰਦੇ, ਦਿਲ 'ਚ ਨਹੀਂ ਰੱਖਦੇ, ਸ਼ਾਂਤ ਰਹਿੰਦੇ ਆ। ਇਹ ਕੀ ਹੈ? ਗੁਰੂ ਨਾਨਕ ਦੀ ਕਿਰਪਾ। ਕੋਈ ਭਲਾ ਕਹਿ ਜੇ, ਬੁਰਾ ਕਹਿ ਜੇ, ਫਰਕ ਨਹੀਂ। ਇੱਕ ਉਹ ਹੁੰਦੇ ਆ, ਉਹ ਬਹਾਨਾ ਹੀ ਲੱਭਦੇ ਆ ਵੀ ਇਹ ਬੰਦੇ ਨੇ ਜੁੱਤੀ ਇੱਥੇ ਲਾਈ ਹੈ, ਕੱਲ੍ਹ ਨੂੰ ਗਲ ਪਊ ਇਹਦੇ। ਕਿਉਂ ਲਾਈਏ? ਆਹ ਕਿਉਂ ਕੀਤਾ? ਮਤਲਬ ਕੀੜੀ ਵਾਸਤੇ ਤੁਸੀਂ ਨਾ ਜਿੱਡਾ ਮਰਜ਼ੀ ਮਹਿਲ ਬਣਾ ਦਿਓ, ਉਹਨੂੰ ਕੋਈ ਮਤਲਬ ਨਹੀਂ ਕਿੱਡਾ ਮਹਿਲ, ਕਿੱਡਾ ਤੁਸੀਂ ਪੱਥਰ ਲਾਇਆ, ਉਹਨੇ ਖੁੱਡ ਲੱਭਣੀ ਸਾਰੇ ਮਹਿਲ 'ਚ ਵੀ ਸੁਰਾਗ ਕਿੱਥੇ ਹੈ, ਮੈਂ ਬੜਾ ਕਿੱਥੇ, ਔਗਣ ਕਿੱਥੇ ਹੈ। ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਬਾਰ-ਬਾਰ ਕਹੀ ਜਾਏ ਤੇ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਬਚਨ ਉਚਾਰਨ ਕੀਤਾ, ਆਪ ਜੀ ਨੇ ਬੜੀ ਵਾਰ ਪੜ੍ਹਿਆ ਹੋਣਾ, ਸੁਣਿਆ ਹੋਣਾ, ਪਰ ਜਦੋਂ ਪਤਾ ਲੱਗ ਜੇ ਨਾ ਵੀ ਇਹ ਸ਼ਬਦ ਉਹ ਥਾਂ ਤੇ ਉਚਾਰਨ ਕੀਤਾ, ਵਾਕਈ ਫਿਰ ਆਨੰਦ ਬਹੁਤ ਹੁੰਦਾ, ਫਿਰ ਬਾਰ-ਬਾਰ ਪੜ੍ਹਨ ਨੂੰ ਜੀ ਕਰਦਾ। ਕਾਬੇ ਦੇ ਸਾਹਮਣੇ ਸਤਿਗੁਰ ਬੈਠੇ ਆ, ਕਈ ਮੁੱਲਾਂ ਇਕੱਠੇ ਹੋ ਗਏ। ਉਹਨੇ ਓਬਜੈਕਸ਼ਨ ਕੀਤਾ ਵੀ ਤੁਸੀਂ ਨਮਾਜ਼ ਦੇ ਸਮੇਂ ਸੁੱਤੇ ਪਏ, ਜੇ ਸੱਚੇ ਮੁਸਲਮਾਨ ਹੁੰਦੇ ਤੁਹਾਨੂੰ ਨਮਾਜ਼ ਦਾ ਪਤਾ ਹੁੰਦਾ, ਤੁਸੀਂ ਵਕਤ ਖਜ਼ਾਉਂਦੇ ਨਾ। ਸ੍ਰੀ ਮੁਖ ਵਾਕ ਮਹੱਲਾ ਪਹਿਲਾ, 5 ਨਿਵਾਜਾ ਵਖਤ 5। ਇਹ ਸਤਿਗੁਰ ਸੱਚੇ ਪਾਤਸ਼ਾਹ ਨੇ ਸ਼੍ਰੀ ਰਾਗ ਮਹੱਲਾ ਪਹਿਲਾ ਉਚਾਰਨ ਕੀਤਾ। ਸ਼ਬਦ ਕੀ ਆਖਿਆ? ਕਹਿੰਦੇ 5 ਨਵਾਜ਼ਾਂ ਵਕਤ 5। ਉਹ ਕਹਿੰਦਾ ਸੀ ਤੁਸੀਂ ਨਮਾਜ਼ ਵੇਲੇ ਸੁੱਤੇ, ਮਰਦ ਕਹਿੰਦੇ ਭਾਈ 5 ਨਮਾਜ਼ਾਂ ਨੇ ਇੱਕ ਸੱਚੇ ਮੁਸਲਮਾਨ ਦੇ। ਕਿਹੜੇ ਵੇਲੇ? ਵਕਤ 5। ਇੱਕ ਨਮਾਜ਼ ਦਾ ਵਕਤ ਅਲੱਗ ਹੈ, ਦੂਜੀ ਦਾ ਅਲੱਗ ਹੈ, ਤੀਜੀ ਦਾ ਅਲੱਗ, ਚੌਥੀ ਦਾ ਅਲੱਗ, ਪੰਜਵੀਂ ਦਾ ਅਲੱਗ। ਸਾਡੇ ਵਾਲਾ ਕੰਮ ਥੋੜੀ ਹੈ। ਇੱਥੇ ਤੇ ਕਿਸੇ ਨੇ ਨਿਤਨੇਮ ਨਾ ਕੀਤਾ ਹੋਵੇ, ਕਹਿੰਦਾ ਲੈ ਕੋਈ ਨਹੀਂ ਸ਼ਾਮ ਨੂੰ ਰਹਿ ਰਾਸ ਨਾਲ ਇਕੱਠਾ ਹੀ ਕਰ ਲੂ। ਕਦੇ ਮੁਸਲਮਾਨ ਵੇਖਿਆ ਕੋਈ ਆਖੇ ਜੀ ਅੱਜ ਨਮਾਜ਼ ਦਾ ਸਮਾਂ ਖੁੰਝ ਗਿਆ, ਮੈਂ 5 ਨਮਾਜ਼ਾਂ ਇਕੱਠੀਆਂ ਹੀ ਪੜ੍ਹ ਲੂੰ ਸ਼ਾਮ ਨੂੰ? ਵੇਖਿਆ ਕਿਤੇ? ਸੁਣਿਆ ਕਿਤੇ? ਮਤਲਬ ਆਪਣੇ ਧਰਮ 'ਚ ਪੱਕੇ ਆ। ਸਾਹਿਬ ਕਹਿੰਦੇ 5 ਨਮਾਜ਼ਾਂ ਨੇ, 5 ਵਕਤ ਦੀਆਂ ਨੇ। ਮੁੱਲਾ ਕਹਿੰਦਾ ਦੱਸੋ ਕਿਹੜੀਆਂ ਨੇ? ਫਿਰ ਸੁਣ ਲਿਆ ਹੋਣਾ 5 ਨਮਾਜ਼ਾਂ, ਤੁਸੀਂ ਕਿਹੜਾ ਮੁਸਲਮਾਨ। ਗੁਰੂ ਸਾਹਿਬ ਬੜੇ ਪਿਆਰ ਵਿੱਚ ਭਿੱਜ ਕੇ ਰਵਾਬ ਦੇ ਉੱਤੇ ਇਹ ਸ਼ਬਦ ਗਾਉਂਦੇ ਨੇ। ਪੰਜੇ ਨਾਮ। ਮਰਦ ਕਹਿੰਦੇ 5 ਵੇਲੇ ਦੀਆਂ ਨਮਾਜ਼ਾਂ, 5 ਵਕਤਾਂ ਦੀਆਂ ਆਪਣੇ ਨਾਵਾਂ ਕਰਕੇ ਸਦਾਉਂਦੀਆਂ ਨੇ, ਜਿਨ੍ਹਾਂ ਦੇ ਨਾਮ ਦੇ ਮੀਨਿੰਗ, ਅਰਥ ਗੁਰੂ ਪਾਤਸ਼ਾਹ ਨੇ ਆਪ ਕੀਤੇ। ਜਿਵੇਂ ਕੋਈ ਫਜਰ ਦੀ ਨਮਾਜ਼ ਹੈ, ਇਹਨਾਂ ਨਮਾਜ਼ਾਂ ਦਾ ਜ਼ਿਕਰ ਮਰਦ ਆਪ ਕਰਦੇ ਆ। ਕਹਿੰਦੇ 5 ਨਮਾਜ਼ਾਂ ਨੇ, 5 ਹੀ ਵਕਤ ਹਨ ਇਹਨਾਂ ਦੇ, ਤੇ 5 ਨੂੰ ਗੁਰੂ ਸਾਹਿਬ ਡਿਵਾਈਡ ਕਰਕੇ ਦੱਸਦੇ ਆ। ਤੇ ਉਸ ਵੇਲੇ ਕਈ ਮੁੱਲਾ, ਹਜ਼ਾਰਾਂ ਲੋਕ ਹਾਜੀ ਇਹ ਸੁਣਦੇ ਹਨ। ਪਹਿਲਾ ਸੱਚ ਹਲਾਲ ਦੋਏ। ਪਹਿਲੀ ਨਵਾਜ਼ ਅੰਮ੍ਰਿਤ ਵੇਲੇ ਦੀ ਹੈ, ਪਹਿਲਾ ਸੱਚ। ਗੁਰੂ ਸਾਹਿਬ ਕਹਿੰਦੇ ਸੱਚ ਕਮਾਉਣਾ ਪਹਿਲੀ ਨਵਾਜ਼, ਹਲਾਲ ਦੋਏ। ਮੁਸਲਮਾਨ ਧਰਮ 'ਚ ਗੱਲਾਂ ਪੱਕੀਆਂ ਨੇ, ਹਲਾਲ ਕਰਨਾ, ਹਰਾਮ ਨਹੀਂ ਕਰਨਾ। ਮਤਲਬ ਮਿਹਨਤ ਕਿਰਤ ਦੀ ਕਮਾਈ ਖਾਣੀ ਆ, ਉਹ 'ਚ ਸਬਰ ਰੱਖਣਾ। ਅੱਜ ਵੀ ਕਿਸੇ ਮੁਸਲਮਾਨ ਨੂੰ ਛੇੜੋ ਵੀ ਤੇਰੀ ਦਿਹਾੜੀ ਯਾਰ ਅੱਜ ਲੱਗੀ ਨਹੀਂ, ਕਹਿੰਦੇ ਮੇਰੇ ਮੌਲਾ ਨੂੰ ਪਾਉਂਦਾ ਸੀ, ਸ਼ੁਕਰਗੁਜ਼ਾਰ। 500 ਦੀ ਥਾਂ ਤੇ 50 ਬਣੇ ਨੇ, ਕਹਿੰਦੇ ਅੱਲਾਹ ਪਾਕ ਨੇ ਦਿੱਤੇ ਆ, ਸ਼ੁਕਰਗੁਜ਼ਾਰ, ਕਾਬਲੇ ਤਾਰੀਫ। ਇੰਨੀ ਦੇ ਦੇ ਸਾਡੇ ਵਾਲਿਆਂ ਨੂੰ, ਸਿੱਖਾਂ ਨੂੰ। ਮੈਂ ਕਹਿੰਦਾ ਮੈਂ ਵੀ ਵਿੱਚ ਹੀ ਆ, ਸਾਨੂੰ ਸਬਰ ਹੈ? ਬਿਲਕੁਲ ਨਹੀਂ। ਪਹਿਲਾ ਹੱਕ ਸੱਚ ਹੈ ਜਿਹੜਾ, ਹਲਾਲ ਦੋਏ। ਮਰਦ ਕਹਿੰਦੇ ਭਾਈ ਕਿਸੇ ਦਾ ਹੱਕ ਨਹੀਂ ਖਾਣਾ, ਹਲਾਲ ਕਰਨਾ, ਆਪਣੀ ਕਮਾਈ ਖਾਣੀ।
ਹਰਾਮ ਨਹੀਂ ਵੀ ਕਿਸੇ ਦੇ ਪੈਸੇ ਖੋਲੇ, ਕਿਸੇ ਦਾ ਹੱਕ ਖਾ ਲਿਆ, ਕਿਸੇ ਨਾਲ ਠੱਗੀ ਠੋਰੀ ਕਰ ਲਈ, ਉਸ ਤੋਂ ਬਾਅਦ ਕੋਈ ਗੱਲ ਨਹੀਂ ਲੰਗਰ ਲਾ ਦਾਂਗੇ। ਐਸਾ ਨਹੀਂ ਹੈ। ਮਰਦ ਕਹਿੰਦੇ ਦੋ ਨਵਾਜ਼ਾਂ ਇਹ ਪੱਕੀਆਂ ਸੱਚੇ ਮੁਸਲਮਾਨ ਦੀਆਂ ਹਨ। ਤੀਜਾ ਖੈਰ ਖੁਦਾਏ। ਭਾਈ ਅਸੀਂ ਇਹ ਪੜ੍ਹਦੇ ਆ ਜੀਵਨ ਕਰਕੇ ਆਤਮਿਕ ਤੌਰ ਤੇ ਤੀਜਾ ਖੈਰ ਖੁਦਾਏ। ਕਹਿੰਦੇ ਖੁਦਾ ਦੇ ਸਾਹਮਣੇ ਮਨੁੱਖਤਾ ਦੀ ਖੈਰ ਮੰਗਣੀ, ਭਲਾ ਮੰਗਣਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ, ਇਹ ਖੈਰ ਮੰਗਣੀ ਹੈ। ਅਸੀਂ ਅਰਦਾਸ 'ਚ ਸਾਰਿਆਂ ਦਾ ਭਲਾ ਮੰਗਦੇ ਆ, ਸਿਰਫ ਜ਼ੁਬਾਨੀ ਤੌਰ ਤੇ, ਪਰ ਬਖਸ਼ ਦੇ ਗਵਾਂਢੀ ਨੂੰ ਵੀ ਨਹੀਂ, ਬਖਸ਼ ਦੇ ਰਿਸ਼ਤੇਦਾਰ ਨੂੰ ਵੀ ਨਹੀਂ, ਛੱਡਦੇ ਮਿੱਤਰ ਨੂੰ ਵੀ ਨਹੀਂ। ਜਿੰਨਾ ਬੁਰਾ ਹੋ ਸਕੇ ਉਹਨਾਂ ਕਰਦੇ ਆ। ਪਰ ਸਾਹਿਬ ਕਹਿੰਦੇ ਤੀਜਾ ਖੈਰ ਖੁਦਾਏ, ਖੁਦਾ ਦੇ ਦਰ ਤੋਂ ਸਦਾ ਹੀ ਖੈਰ ਮੰਗਦੇ ਆ, ਸਦਾ ਹੀ ਭਲਾ ਮੰਗਦੇ ਆ। ਸਾਡੀ ਤੀਜੀ ਨਵਾਜ਼ ਹੈ ਚੌਥੀ ਨੀਅਤ ਰਸ ਮਨ। ਇਹਦੇ ਚੌਥੀ ਨੀਅਤ ਰਾਸ ਮਨ। ਮਨ ਕਰਕੇ ਚੌਥੀ ਨਵਾਜ਼ ਕਿਹੜੀ ਹੈ? ਸਾਹਿਬ ਆਖਦੇ ਆ ਨੀਅਤ ਰਾਸ, ਨੀਤ ਸਾਫ਼ ਹੋਵੇ, ਨੀਅਤ 'ਚ ਬੇਈਮਾਨਾ ਨਾ ਹੋਵੇ, ਨੀਅਤ ਮਾੜੀ ਨਾ ਹੋਵੇ। ਕਈ ਵਾਰ ਨਾ ਖਾਣ ਪੀਣ ਵਿੱਚ ਸਾਡਾ ਢਿੱਡ ਭਰਿਆ ਹੁੰਦਾ ਤੇ ਨੀਅਤ ਕਹਿੰਦੀ ਝੋਲੇ 'ਚ ਪਾਲਾ ਹੋਰ ਲੈਣਾ, ਆ ਵੀ ਇਕੱਠਾ ਕਰ ਲਾ। ਕਈ ਵਾਰ ਸਾਡੇ ਕੋਲ ਕੱਪੜੇ ਲੋੜ ਤੋਂ ਵੱਧ ਹੁੰਦੇ ਆ, ਪਰ ਨੀਅਤ ਕਹਿੰਦੀ ਆ ਵੀ ਇਕੱਠੇ ਕਰ ਲਾ। ਨੀਤ ਮਾੜੀ ਹੈ ਨਾ। ਮਰਦ ਕਹਿੰਦੇ ਭਾਈ ਚੌਥੀ ਨੀਅਤ ਰਾਸ ਕਰੇ, ਇਹ ਸੱਚੀ ਨਮਾਜ਼ ਹੈ। ਆਪਣੀ ਨੀਅਤ ਨੂੰ ਸਾਫ਼ ਸੁਥਰਾ ਪਾਕ ਰੱਖਣਾ। ਜਿਹਦੀ ਨੀਅਤ ਸੱਚੀ ਹੈ, ਹਲਾਲ ਦੀ ਕਮਾਈ ਕਰਦਾ ਹੈ, ਸੱਚ ਬੋਲਦਾ ਹੈ, ਹੱਕ ਤੇ ਖੜਦਾ ਹੈ ਤੇ ਸਭ ਦਾ ਭਲਾ ਮੰਗਦਾ ਹੈ, ਉਹ ਕੌਣ ਹੈ? ਇੱਕ ਸੱਚਾ ਧਰਮੀ। ਮਰਦ ਕਹਿੰਦੇ ਆ ਚਾਰ ਨਵਾਜ਼ਾਂ ਅਸੀਂ ਅਜੇ ਤੱਕ ਪੜ੍ਹੀਆਂ ਨੇ। ਪੰਜਵੀਂ ਦਾ ਜ਼ਿਕਰ ਸੁਣ ਲੈ। ਪੰਜਵੀਂ ਸਿਫਤ ਸੁਨਾਏ। ਪੰਜਵੀਂ ਸਿਫਤ ਸੁਣਾਏ, ਉਸ ਖੁਦਾ ਪਰਮਾਤਮਾ ਅੱਲਾ ਵਾਹਿਗੁਰੂ ਦੀ ਸਿਫਤ ਸੁਣਾਏ ਕਰਨੀ, ਮਤਲਬ ਪਰਮਾਤਮਾ ਦੇ ਗੁਣ ਗਾਉਣੇ। ਇਹ ਹੈ ਸੱਚ, ਇਹ ਹੈ ਧਰਮ। ਕਿਸੇ ਧਰਮ 'ਚ ਵੇਖੋ ਅੱਜ ਰੱਬ ਦੀ ਗੱਲ ਘੱਟ, ਬੰਦਿਆਂ ਦੀਆਂ ਸਿਫਤਾਂ ਦੇ ਪੁੱਲ ਜਾਂਦੇ। ਹਰ ਬੰਦਾ ਕਹਿੰਦਾ ਮੈਂ ਆਹ ਕੀਤਾ, ਮੈਂ ਉਹ ਪੜ੍ਹਿਆ, ਮੈਂ ਇੱਥੇ ਵੇਖਿਆ, ਮੈਂ ਉੱਥੇ ਗਿਆ। ਇਹ ਧਰਮ ਹੈ? ਨਹੀਂ। ਜੇ ਤੁਸੀਂ ਕੋਈ ਗੱਲ ਸੁਣਾ ਵੀ ਰਹੇ ਹੋ ਨਾ, ਗੱਲ ਘੁੰਮ ਫਿਰ ਕੇ ਰੱਬ ਦੇ ਗੁਣਾਂ ਤੱਕ ਜਾਣੀ ਚਾਹੀਦੀ ਹੈ ਵੀ ਉਹ ਪਰਮਾਤਮਾ ਕੀ ਹੈ, ਉਹਦੀ ਸਿਫਤ ਕਰੀਏ। ਕਹਿੰਦੇ ਸੱਚਾ ਮੁਸਲਮਾਨ ਕੇਵਲ ਖੁਦਾ ਦੀ ਸਿਫਤ ਕਰਦਾ ਹੈ, ਉਹ ਤੋਂ ਬਗੈਰ ਉਹ ਕਿਸੇ ਦੀ ਸਿਫਤ ਨਹੀਂ ਕਰਦਾ। ਈਰਾਨ ਦੇ ਲੋਕਾਂ 'ਚ ਇੱਕ ਖੂਬੀ ਹੈ, ਉਹਨਾਂ ਮੁਸਲਮਾਨਾਂ 'ਚ ਭਾਵੇਂ ਅਫਗਾਨ ਚਲੇ ਜਾਓ, ਉਹਨਾਂ ਵੱਡੇ ਤੋਂ ਵੱਡਾ ਆਰਕੀਟੈਕਟ ਦਾ ਕੰਮ ਕਰਕੇ ਵਿੱਚ ਗਲਤੀ ਛੱਡ ਦਿੰਦੇ ਆ। ਈਰਾਨ ਦੇ ਕਾਰਪੇਟ ਕਿੰਨੇ ਮਸ਼ਹੂਰ ਨੇ, ਥੱਲੇ ਵਿਛਾਉਣ ਵਾਲੇ, ਹਰ ਚੀਜ਼ ਮਸ਼ਹੂਰ ਆ ਉਹਨਾਂ ਦੀ, ਪਰ ਉਹ 'ਚ ਹਰ ਇੱਕ 'ਚ ਤੁਹਾਨੂੰ ਇੱਕ ਨਾ ਇੱਕ ਗਲਤੀ ਮਿਲੂਗੀ। ਕੰਧ ਹੋਵੇ, ਮਕਾਨ ਹੋਵੇ, ਗੱਡੀ ਹੋਵੇ, ਕਾਰ ਹੋਵੇ। ਮੁਸਲਮਾਨ ਵੀਰ ਇੱਕ ਕਮੀ ਰੱਖਦੇ ਆ। ਕਿਉਂ? ਕਿਸੇ ਨੇ ਸਵਾਲ ਕੀਤਾ ਵੀ ਤੁਸੀਂ ਇਹ ਐਡੇ ਮਾਰ ਹੋ ਕੇ ਕਮੀ ਕਿਉਂ ਰੱਖਦੇ? ਉਹ ਕਹਿੰਦੇ ਅਸੀਂ ਖੁਦਾ ਦੀ ਬਰਾਬਰੀ ਨਹੀਂ ਕਰ ਸਕਦੇ। ਇੱਕ ਅੱਲਾ ਵਾਹਿਗੁਰੂ ਪਰਮਾਤਮਾ ਹੈ ਜਿਹਨੇ ਸਾਰਾ ਕੁਝ ਪੂਰਾ ਬਣਾਇਆ ਹੈ, ਘੱਟ ਵੱਧ ਕਿਛ ਨਾ ਹੈ। ਬਾਣੀ ਕੀ ਲਿਖਦੀ? ਪੂਰੇ ਕਾ ਕੀਆ ਸਭ ਕੁਝ ਪੂਰਾ। ਸਤਿਗੁਰਾਂ ਦੇ ਬਚਨ ਨੇ ਨਾ। ਉਹ ਕਹਿੰਦੇ ਅਸੀਂ ਮਨੁੱਖ ਹਾਂ, ਅਸੀਂ ਭੁੱਲਣਹਾਰ ਹਾਂ, ਰੱਬ ਦੀ ਅੱਲਾ ਦੀ ਰੀਸ ਨਹੀਂ ਕਰ ਸਕਦੇ। ਇਸ ਕਰਕੇ ਅਸੀਂ ਹਰ ਆਪਣੇ ਕੰਮ 'ਚ ਕੋਈ ਨਾ ਕੋਈ ਕਮੀ ਛੱਡਦੇ ਹਾਂ। ਤੋ ਸਤਿਨਾਮ। ਤਾਜ ਮਹਿਲ ਜਾ ਕੇ ਵੇਖੋ, ਉਸ ਦੀ ਕਮੀ ਹੈ, ਇੱਕ ਕਮੀ ਹੈ। ਲਾਲ ਕਿਲੇ ਚਲੇ ਜਾਓ, ਉਹਦੇ ਵਿੱਚ ਵੀ ਇੱਕ ਕਮੀ ਹੈ। ਕਿਸੇ ਕਿਲੇ 'ਚ ਚਲੇ ਜਾਓ ਮੁਸਲਮਾਨਾਂ ਦੇ, ਕਿਸੇ ਮਸਜਿਦ 'ਚ ਚਲੇ ਜਾਓ, 99% ਬਿਲਕੁਲ ਵਧੀਆ ਵਰਗ ਕਰਕੇ, ਵੈਰੀ ਬੈਸਟ, ਵੈਰੀ ਗੁੱਡ। ਇੱਕ ਕਮੀ ਰੱਖਦੇ ਆ ਉਹ ਜਾਣ ਬੁੱਝ ਕੇ, ਕਹਿੰਦੇ ਅਸੀਂ ਅੱਲਾ ਦੀ ਬਰਾਬਰੀ ਨਹੀਂ ਕਰ ਸਕਦੇ। ਤੇ ਉਹ ਕਿੱਦਾਂ ਸਿਫਤ ਕਰਦੇ ਆ ਰੱਬ ਦੀ? ਜੋ ਕੀਤਾ ਅੱਲਾ ਨੇ ਕੀਤਾ, ਜੋ ਕਰਾਇਆ ਮੌਲਾ ਪਾਕ ਨੇ ਕੀਤਾ। ਤੇ ਸਾਡੇ ਵਾਲੇ ਪੰਜਾਬੀ ਮੈਂ ਕੀਤਾ, ਮੈਂ ਕਿਹਾ, ਮੇਰੇ ਕਹੇ ਕਰਕੇ ਉਹਦਾ ਕੰਮ ਬਣ ਗਿਆ, ਮੈਂ ਐਂ ਕੀਤਾ, ਮੈਂ ਐਂ ਕੀਤਾ। ਮੈਂ ਸਾਡੀ ਗੁਰਦੁਆਰੇ ਵੀ ਨਹੀਂ ਹਟਦੀ, ਮੰਦਰ ਮਸਜਿਦ ਵੀ ਹਟਦੀ ਨਹੀਂ। ਭਲਾ ਕਿੱਥੇ ਹੋਣਾ ਸਾਡਾ? ਕਿਸੇ ਨੂੰ ਦਾਨ ਦੇਤਾ ਨਾ, ਕਿਸੇ ਨੂੰ ਕੋਟੀ ਪਵਾਤੀ ਸਰਦੀ 'ਚ, ਉਹ ਵੀ 20 ਵਾਰ ਦੱਸਣਾ ਇਹਨੂੰ ਇਹ ਕੋਟੀ ਮੈਂ ਲੈ ਕੇ ਦਿੱਤੀ, ਇਹਨੂੰ ਬੂਟ ਲੈ ਕੇ ਦਿੱਤੇ, ਇਹਨੂੰ ਮੈਂ ਰੋਟੀ ਖਵਾਈ, ਇਹਨੂੰ ਮੈਂ ਫਲਾਣੀ ਥਾਂ ਯਾਤਰਾ ਤੇ ਲੈ ਗਿਆ। ਮੈਂ ਕਿ ਮੈਂ ਕਰਿਆ ਰੱਬ ਮਿਲੂ। ਰੱਬ ਤਾਂ ਛੱਡੋ, ਰੱਬ ਦਾ ਸੁਪਨਾ ਵੀ ਨਹੀਂ ਆਉਣਾ।
ਗੁਰੂ ਸਾਹਿਬ ਕਹਿੰਦੇ ਪੰਜਵੀਂ ਸਿਫਤ ਸੁਣਾਏ, ਅਸੀਂ ਉਸ ਰੱਬ ਦੀਆਂ 5 ਨਮਾਜ਼ਾਂ ਪੜ੍ਹਦੇ ਆ, ਹਰ ਵੇਲੇ ਤੂੰ ਤੂੰ ਕਹਿਣਾ, ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂ। ਕਹਿੰਦੇ ਮੇਰੇ ਵਿੱਚ ਹਾਂ ਨਹੀਂ ਰਹੀ, ਮੈਂ ਨਹੀਂ ਰਹੀ, ਸਭ ਕੁਝ ਤੁਸੀਂ ਕਰਦੇ ਹੋ, ਤੇਰੇ ਬਿਨਾ ਕੁਝ ਨਹੀਂ, ਤੂੰ ਦਾਤਾ ਹੈ, ਤੂੰ ਡਾਢਾ ਹੈ, ਉਹਦੀ ਸਿਫਤ ਕਰਦੇ ਹਾਂ। ਕਰਨੀ ਕਲਮਾ ਆਖ ਕੇ, ਕਰਨੀ ਕਲਮਾ ਆਖ ਕੇ। ਹੁਣ ਕਲਮਾ ਪੜ੍ਹਨੀਆਂ ਕੀ ਨੇ? ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਰਨੀ, ਕਰਨੀ ਕੀ ਹੈ? ਕਿਰਤ, ਕਮਾਈ, ਸਿਫਤ। ਕਹਿੰਦੇ ਇਹ ਨੇ ਕਲਮਾ, ਰੱਬ ਦੀਆਂ ਕਲਮਾਂ। ਹੁਣ ਬਾਣੀ ਪੜ੍ਹ ਕੇ ਵੀ ਬੰਦੇ ਨੂੰ ਬੰਦਾ ਲੁੱਟੀ ਜਾਏ ਤੇ ਮਾੜੀ ਗੱਲ ਹੈ ਨਾ। ਵਾਹਿਗੁਰੂ ਵਾਹਿਗੁਰੂ ਕਹਿ ਕੇ ਵੀ ਟਾਂਕੇ ਲਾਈ ਜਾਏ, ਲੋਕਾਂ ਨੂੰ ਠੱਗੀਆਂ ਮਾਰੀ ਜਾਏ, ਪਾਪ ਨਹੀਂ ਹੈ ਇਹ? ਸਤਿਗੁਰ ਕਹਿੰਦੇ ਕਰਨੀ ਕਲਮਾ ਆਖ ਕੇ, ਰੱਬ ਦੀਆਂ ਇਹ ਕਲਮਾਂ ਨੇ, ਆਪਣੀ ਕਿਰਤ ਕਰਨੀ। ਮੁਸਲਮਾਨ ਸਦਾਏ, ਤਾਂ ਮੁਸਲਮਾਨ ਸਦਾਏ। ਭਾਈ ਉਹ ਮੁਸਲਮਾਨ ਤਾਂ ਅਖਾਉਂਦਾ ਹੈ, ਓਏ ਮੁੱਲਿਆ ਤੂੰ ਤੇ ਝਾੜੂ ਚੱਕੀ ਨਫ਼ਰਤ ਫੈਲਾਉਂਦਾ ਫਿਰਦਾ ਹੈ, ਸਵੇਰੇ ਸਵੇਰੇ ਤੇਰੇ 'ਚ ਸੱਪ ਜਿੰਨਾ ਜ਼ਹਿਰ ਭਰਿਆ ਫੰਕਾਰੇ ਮਾਰਦਾ ਹੈ, ਕਿਸੇ ਨੂੰ ਕਾਫਰ ਕਹਿਣਾ ਹੈ, ਕਿਸੇ ਨੂੰ ਗੈਰ ਮੁਸਲਿਮ ਕਹਿਣਾ ਹੈ, ਕਿਸੇ ਨੂੰ ਤੂੰ ਗਵਾਰ ਕਹਿਣਾ ਹੈ। ਗੱਲਾਂ ਗੱਲਾਂ 'ਚ ਮਰਦ ਨੇ ਸਮਝਾ ਦਿੱਤਾ, ਉਪਦੇਸ਼ ਦੇ ਕੇ, ਕਹਿੰਦੇ ਮੁਸਲਮਾਨ ਹੀ ਤਾਂ ਹੈ ਜੇ ਤੂੰ ਸੱਚੀਆਂ ਕਲਮਾਂ ਪੜ੍ਹਦਾ ਹੈ। ਇਹ ਸਿੱਖਾਂ ਲਈ ਵੀ ਉਪਦੇਸ਼ ਹੈ, ਇਹ ਨਹੀਂ ਹੈ ਵੀ ਮਰਦ ਨੇ 5 ਨਮਾਜ਼ਾਂ ਦਾ ਜ਼ਿਕਰ ਕਰਤਾ, ਠੀਕ ਹੈ ਮੁਸਲਮਾਨ ਦਾ ਜੀਵਨ ਐਸਾ ਹੀ ਗੁਣ ਸਾਡੇ 'ਚ ਵੀ ਹੋਣੇ ਚਾਹੀਦੇ ਆ, ਹਰ ਮਨੁੱਖ 'ਚ ਹੋਣੇ ਚਾਹੀਦੇ ਆ। ਕਿਰਤ ਕਰਨੀ, ਸੱਚ ਬੋਲਣਾ, ਹੱਕ ਹਲਾਲ ਤੇ ਚੱਲਣਾ, ਰੱਬ ਦੀ ਸਿਫਤ ਕਰਨੀ, ਆਪਣੇ ਗੁਣ ਨਹੀਂ ਕਦੇ ਗਾਉਣੇ। ਉਹ ਇਨਸਾਨ ਪੂਜਣ ਯੋਗ ਹੈ ਤਾਂ ਉਹ ਮੁਸਲਮਾਨ ਹੁੰਦਾ ਏ। ਨਾਨਕ ਜੇਤੇ ਕੁੜਿਆਰ ਕੂੜੇ ਕੂੜੀ ਪਾਏ, ਨਾਨਕ ਜੇਤੇ ਕੂੜਿਆਰ ਕੂੜੀ ਕੂੜਾ ਪਾਏ। ਮਰਦ ਕਹਿੰਦੇ ਜਿਨ੍ਹਾਂ 'ਚ 5 ਗੁਣ ਨਹੀਂ, 5 ਨਮਾਜ਼ਾਂ ਨਹੀਂ, ਉਹ ਕੂੜਿਆਰ ਝੂਠੇ ਨੇ ਤੇ ਝੂਠ ਦੇ ਕਿਨਾਰੇ ਡਿੱਗਣਗੇ ਜਾ ਕੇ। ਉਹਨਾਂ ਦਾ ਡਸਟਬਿਨ ਕੂੜ ਦਾ ਏ, ਝੂਠ ਦਾ ਏ, ਉਹ ਤੋਂ ਬਾਹਰ ਨਹੀਂ ਉਤਰ ਸਕਦੇ। ਕੂੜੀ ਕੂੜਾ ਪਾਏ, ਕਹਿੰਦੇ ਝੂਠਿਆਂ ਕੋਲੋਂ ਝੂਠ ਹੀ ਮਿਲਣਾ, ਕਦੇ ਸੱਚ ਨਹੀਂ ਨਿਕਲ ਸਕਦਾ। ਤੁਸੀਂ ਕਰੇਲੇ ਦੀ ਬੇਲ ਬੀਜੀ ਹੈ, ਨਿੰਮ ਬੀਜਿਆ ਘਰੇ, ਲੱਖ ਚੀਨੀ ਦੀਆਂ ਬੋਰੀਆਂ ਸ਼ੱਕਰ ਦੀਆਂ ਘੋਲ ਘੋਲ ਪਾਈ, ਚਲੋ ਮਿੱਠਾ ਆਊਗਾ ਤੇ ਕੌੜਾ ਹੀ ਰਹਿਣਾ ਹੈ। ਕਰੇਲਿਆਂ ਨੂੰ ਨਮਕ ਲਾਇਆ ਵੀ ਕਈ ਵਾਰ ਕੁੜਕਣ ਨਹੀਂ ਜਾਂਦੀ, ਤਲਿਆ ਵੀ ਨਹੀਂ ਜਾਂਦੀ, ਕਿਉਂਕਿ ਸੁਭਾਅ ਉਹਦਾ ਨਹੀਂ ਛੱਡਦਾ ਏ। ਗੁਰੂ ਪਾਤਸ਼ਾਹ ਕਹਿੰਦੇ ਜੇ ਤੇਰੇ ਅੰਦਰ ਇਹ 5 ਵਕਤ ਦੀਆਂ ਨਮਾਜ਼ਾਂ ਨਹੀਂ, ਤੇਰਾ ਜੀਵਨ ਉੱਚਾ ਤੇ ਸੱਚਾ ਨਹੀਂ, ਭਾਈ ਜੋ ਕੁਝ ਵੀ ਧਰਮ ਦੇ ਅਡੰਬਰ ਕਰਦਾ ਹੈ, ਝੂਠ ਸੀ ਝੂਠ ਹੈ, ਝੂਠ ਰਹੇਗਾ। ਕੋ ਸਤਨਾਮ ਨਾਨਕ ਕੂੜਾ ਕੂੜੀ ਪਾਏ। ਮਰਜ ਕਹਿੰਦੇ ਝੂਠਾ ਧਰਮ ਹੈ ਤੇਰਾ। ਹੁਣ ਇਹ 2 ਗੱਲਾਂ ਸੂਖਮ। ਸੱਚਾ ਧਰਮ ਕਿਹੜਾ ਹੈ? ਜੀਵਨ ਕਰਕੇ ਕਮਾਇਆ। ਝੂਠਾ ਧਰਮ ਕਿਹੜਾ ਹੈ? ਦਿਖਾਵਾ ਕੀਤਾ। ਭਾਵ ਤੇਰਾ ਕਮਾਉਣ ਦਾ ਤਰੀਕਾ ਨਾ ਜਿਹੜਾ, ਉਹ ਸੱਚਾ ਝੂਠਾ ਚੰਗਾ ਤੇ ਮਾੜਾ ਏ। ਅੰਤਰੀ ਭਾਵ ਕੀ ਹੈ? ਧਰਮ ਕਿਸੇ ਨੂੰ ਬੁਰਾ ਨਹੀਂ ਬਣਾਉਂਦਾ, ਧਰਮ ਕਦੇ ਬੁਰਾ ਨਹੀਂ ਹੁੰਦਾ। ਇਹ ਹੁਣ ਕਮਾਉਣ ਵਾਲੇ ਦਾ ਹਿਸਾਬ ਹੈ। ਇੱਕ ਬੰਦਾ ਧਰਮ ਦੇ ਵਿੱਚ ਪਖੰਡ ਕਰੇ, ਮੰਨਿਆ ਉਹ ਵੀ ਧਰਮੀ ਜਾਂਦਾ ਹੈ, ਇਹਦੇ 'ਚ ਬੜਾ ਧਾਰਮਿਕ ਬੰਦਾ, ਧਾਰਮਿਕ ਵਿਅਕਤੀ ਵਾਲਾ। ਇੱਕ ਸੱਚੀ ਕਮਾਉਂਦਾ ਹੈ, ਉਹਨੂੰ ਵੀ ਧਾਰਮਿਕ ਕਿਹਾ ਜਾਂਦਾ ਹੈ, ਦੋਨੋਂ ਹੀ ਧਾਰਮਿਕ ਨੇ, ਪਰ ਇੱਕ ਸੱਚਾ ਧਰਮੀ ਹੈ, ਇੱਕ ਝੂਠਾ ਧਰਮੀ ਹੈ। ਮਰਦ ਕਹਿੰਦੇ ਐਸੇ ਕੂੜਿਆਰ ਲੋਕ ਝੂਠ ਵਿੱਚ ਜੰਮਦੇ ਆ, ਝੂਠ ਵਿੱਚ ਸਮਾ ਜਾਂਦੇ ਨੇ। ਬਿਤ ਬੈਨ ਸੁਣ ਐਸੀ ਬਸ ਚਲਤ ਨ ਕੈਸੀ ਕਛ, ਮੁੱਲਾ ਭਾਖੈ ਕਾਫਰਾ ਕਿਉਂ ਕੁਫਰ ਅਲਾਵਈ। ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨੂੰ ਸੁਣ ਕੇ ਨਾ ਜਿਹੜਾ ਸਾਹਮਣੇ ਬੈਠਾ ਮੁੱਲਾ ਸੀ, ਉਹਨੂੰ ਤਸੱਲੀ ਨਹੀਂ ਹੋਈ, ਗੁੱਸੇ 'ਚ ਭੜਕ ਗਿਆ, ਕਿਉਂਕਿ ਗੱਲਾਂ ਤੇ ਸੱਚੀਆਂ ਨੇ। ਉਹਨੂੰ ਲੱਗਿਆ ਵੀ ਨਾ ਮੇਰੀ ਬੇਇੱਜ਼ਤੀ ਕਰਦੀ, ਵੀ ਮੈਂ ਤੇ ਝਾੜੂ ਚੱਕੀ ਫਿਰਦਾ, ਲੋਕ ਤੇ ਮੈਨੂੰ ਕਹਿੰਦੇ ਮੁੱਲਾਂ ਦੀ ਸੇਵਾ ਬੜੀ ਕਰਦਾ, ਇਹ ਕਹਿੰਦੇ ਤੇਰੇ ਪੱਲੇ ਕੱਖ ਨਹੀਂ। ਕਹਿੰਦਾ ਓਏ ਕਾਫਰਾ ਬਸ ਕਰ, ਕੁਫਰ ਨਾ ਤੋਲ, ਆਖੋ ਸਤਨਾਮ। ਕੁਫਰ, ਕਫਰ ਤੇ ਕਾਫਰ, ਮਤਲਬ ਝੂਠਾ ਇਨਸਾਨ ਕਾਫਰ ਹੁੰਦਾ ਹੈ। ਕਿਹਨੂੰ ਕਹਿੰਦਾ ਜੀ ਉਹ? ਕਿਸੇ ਫਕੀਰ ਨੂੰ, ਕਿਸੇ ਸਾਧ ਨੂੰ ਨਹੀਂ। ਅਣਜਾਣ ਪੁਣੇ ਵਿੱਚ, ਮੂਰਖਤਾ ਦੇ ਵਿੱਚ ਉਹ ਸ੍ਰਿਸ਼ਟੀ ਸਾਜਣ ਵਾਲੇ ਪ੍ਰਮਾਤਮਾ ਨੂੰ ਇਹ ਕੌੜੇ ਸ਼ਬਦ ਬੋਲਦਾ ਹੈ। ਜਿਹਨੇ ਬਣਾਇਆ ਹੈ। ਸਤਿਗੁਰਾਂ ਦੀ ਬਾਣੀ ਦੇ ਬਚਨ ਸੁਣ ਕੇ ਕਹਿੰਦਾ ਮੈਨੂੰ ਗਿਆਨ ਨਾ ਸੁਣਾ, ਕੁਫਰ ਬੋਲਦਾ ਹੈ ਤੂੰ, ਮੱਕੇ ਦੀ ਪ੍ਰਕਰਮਾ ਤੋਂ ਤੂੰ ਬਾਹਰ ਹੋ ਜਾ। ਅੱਲਾ ਨੂੰ ਨਾ ਜਾਣੇ ਨਾ ਰਸੂਲ ਕੋ ਪਛਾਣੇ,
को आवे अरबंग अब तो कुमार जावे। ਤੂੰ ਨਾ ਅੱਲਾ ਨੂੰ ਜਾਣਦਾ, ਸਤਿਗੁਰਾਂ ਨੂੰ ਵੇਖਦਾ ਹੈ, ਨਾ ਤੂੰ ਰਸੂਲ ਨੂੰ ਪਛਾਣਦਾ। ਰਸੂਲ ਭਾ ਪੈਗੰਬਰ ਸਾਹਿਬ ਮੁਹੰਮਦ ਸਾਹਿਬ ਕਹਿੰਦੇ ਕੋਈ ਅੜਬ ਬੰਦਾ ਆ ਗਿਆ ਨਾ ਤੈਨੂੰ ਇੱਥੇ ਹੀ ਸਿੱਧਾ ਕਰ ਦੂਗਾ। ਸਤਨਾਮ ਮੁੱਲਾ ਕਹਿੰਦਾ ਜੀ ਗੁਰੂ ਨਾਨਕ ਸਾਹਿਬ ਜੀ ਕਹਿੰਦਾ ਲੱਗਿਆ ਮੈਂ ਬੁਲਾਉਣ ਅੜਬ ਸੁਭਾਅ ਦੇ ਮੁੱਲਿਆਂ ਨੂੰ ਜਿਹੜੇ ਸਦਾ ਦੇਣ ਤੋਂ ਪਿੱਛੇ ਨਹੀਂ ਹਟਦੇ। ਤੁਸੀਂ ਇੱਥੇ ਬਹਿ ਕੇ ਕੁਫਰ ਤੋਲਦੇ ਹੋ, ਮਾੜੇ ਸ਼ਬਦ ਬੋਲਦੇ ਹੋ, ਮੈਨੂੰ ਦਬ ਕੇ ਮਾਰਦੇ ਹੋ। ਦੱਸੋ ਕੀ ਕਰੋਗੇ ਇਹੋ ਜਿਹੇ ਬੰਦੇ ਦਾ ਜੀ? ਕਰ ਲਓਗੇ ਹੈਂਡਲ? ਗਏ ਤਾਂ ਤੁਸੀਂ ਬੜੀ ਨਿਮਰਤਾ ਸ਼ਰਧਾ ਨਾਲ ਗੱਲ ਕਰਨ ਨੂੰ, ਅੱਗੋਂ ਅਗਲਾ ਟੁੱਟ ਕੇ ਪੈ ਜੇ ਤੁਹਾਨੂੰ ਕੀ ਕਰ ਸਕਦੇ ਹੋ? ਮਨਾ ਸਕਦੇ ਹੋ? ਨਹੀਂ। ਸੋਚ ਹੀ ਇੱਥੇ ਖੜੀ ਹੈ। ਹੁਣ ਉਹ ਜੀਵਨ ਮੁੱਲਾ ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਸੁਣ ਕੇ ਵੀ ਅਣਸੁਣਿਆ ਕਰਦਾ। ਉਹਨੂੰ ਲੱਗਦਾ ਮੇਰੀ ਹਉਮੈ ਵੱਡੀ ਇਹਨਾਂ ਠੇਸ ਮਾਰਦੀ। ਕਹਿੰਦਾ ਕੁਫਰ ਤੋਲਣ ਆਏ ਹੋ ਤੁਸੀਂ, ਇੱਥੋਂ ਬਾਹਰ ਚਲੇ ਜਾਓ। ਉਹਨੂੰ ਲੱਗਦਾ ਸੀ ਮੁੱਖ ਸੇਵਾਦਾਰ ਆ, ਅਸੀਂ ਵੱਡੇ ਸੇਵਾਦਾਰ ਆ, ਇਹ ਗੈਰ ਮੁਸਲਿਮ ਲੱਗਦੇ ਨੇ ਜੋ ਬਾਣਾ ਪਾਈ ਫਿਰਦੇ ਨੇ। ਸਾਚੋ ਮਮ ਬਾਕ ਜਾਨ ਤੂਰਨ ਪਿਆਣ ਕੀਜੈ। ਹਾਜੀ ਵੇਖ ਧਰਿਓ ਹਾਜੀ ਢੰਗ ਨਾ ਦਿਸਵਈ। ਕਹਿੰਦਾ ਮੇਰੇ ਕਹਿਣ ਤੋਂ ਪਹਿਲਾਂ ਚਲੇ ਜਾਓ, ਮੈਂ ਅਜੇ ਵੀ ਤੁਹਾਡੇ ਤੇ ਤਰਸ ਕਰਦਾ। ਬੜਾ ਕੁਝ ਤੁਸੀਂ ਕਰ ਲਿਆ, ਨਰਾਦਰ ਕਰ ਲਿਆ, ਨਮਾਜ਼ ਦਾ ਸਮਾਂ ਖੁਝਾਤਾ, ਅੱਗੋਂ ਗਿਆਨ ਦਿੰਦੇ ਹੋ। ਜੇ ਮੈਂ ਰੌਲਾ ਪਾ ਕੇ ਸਾਰਿਆਂ ਨੂੰ ਬੁਲਾ ਲਿਆ ਤੁਹਾਨੂੰ ਸਜ਼ਾਏ ਮੌਤ ਹੋ ਜੂ, ਨਿਕਲੋ ਇੱਥੋਂ ਬਾਹਰ। ਤੁਸੀਂ ਤੇ ਧਾਰਮਿਕ ਸਥਾਨ ਤੇ ਆ ਕੇ ਨਰਾਦਰ ਕਰਦੇ ਹੋ। ਕਹਿੰਦਾ ਹਾਜੀਆਂ ਦਾ ਭੇਸ ਪਾਇਆ ਪਰ ਹੱਜ ਤੇ ਨਹੀਂ ਤੁਸੀਂ ਆਏ, ਮੁਸਲਮਾਨ ਨਹੀਂ ਹੋ। ਕਿਉਂ ਇੰਨੀ ਨਫ਼ਰਤ ਹੈ ਜੀ ਅੰਦਰ? ਕਾਰਨ ਕੀ ਹੈ? ਕਿ ਗੁਰੂ ਸਾਹਿਬ ਨੂੰ ਵੇਖ ਕੇ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਹੜਾ ਅਡੰਬਰ ਬਣਾਇਆ ਨਾ, ਬਾਕੀ ਦੇ ਕੱਪੜੇ ਸਾਰੇ ਹਾਜੀਆਂ ਵਾਲੇ ਮੁਸਲਮਾਨਾਂ ਵਾਲੇ ਗਲ ਵਿੱਚ ਪਾਇਆ, ਜਨੇਊ ਤੇ ਮੱਥੇ ਲਗਾ ਤਿਲਕ ਹੀ ਰੜਕੀ ਜਾਂਦਾ। ਖੁਦਾ ਦੇ ਨਾਮ ਵੀ ਇੱਥੇ ਤਿਲਕ ਪਾ ਕੇ ਕੌਣ ਆ ਗਿਆ? ਇਹ ਤੇ ਮੁਸਲਮਾਨ ਹੀ ਨਹੀਂ ਹੋ ਸਕਦਾ। ਬਾਰ-ਬਾਰ ਕਹਿੰਦਾ ਇਸ ਪ੍ਰਕਰਮੇ ਤੋਂ ਬਾਹਰ ਹੋ ਜਾਓ, ਚਾਰ ਦੀਵਾਰੀ ਤੋਂ ਬਾਹਰ ਹੋ ਜਾਓ। ਪਰ ਗੁਰੂ ਬਾਬਾ ਜੀ ਨੇ ਮੁੱਲਾ ਜੀਵਨ ਦੇ ਬੋਲਾਂ ਨੂੰ, ਕੌੜਿਆਂ ਨੂੰ ਸੁਣ ਕੇ ਅੱਗੋਂ ਸਖਤੀ ਨਾਲ ਕੋਈ ਜਵਾਬ ਨਹੀਂ ਦਿੱਤਾ। ਭੇਦ ਸਭ ਜਾਣਿਓ ਹਿੰਦੂ ਜਨਮ ਪਛਾਨਿਓ ਤੇਰੋ। ਆਇਓ ਕੀ ਕਾਜ ਨਹਿ ਸਿਦਕ ਕਮਾਵਈ। ਜਦੋਂ ਕਹਿੰਦੇ ਉਹਦਾ ਜ਼ੋਰ ਨਾ ਚੱਲਿਆ, ਕੋਈ ਉਹ ਬੇਵੱਸ ਹੋ ਗਿਆ, ਫੇਲ ਹੋ ਗਿਆ, ਫਿਰ ਲੋਕਾਂ ਕੋਲ ਹਥਿਆਰ ਹੁੰਦਾ ਰੌਲਾ ਪਾਉਣਾ, ਕੋਲੋਂ ਗੱਲ ਕਰਕੇ। ਕਹਿੰਦਾ ਮੈਂ ਸਮਝ ਗਿਆ ਤੁਸੀਂ ਹਿੰਦੁਸਤਾਨ ਦੇ ਹਿੰਦੂ ਹੋ, ਮੱਗੇ ਚਾਹੇ ਹੋ, ਬਚਦੇ ਨਹੀਂ, ਜਿਉਂਦੇ ਵਾਪਸ ਨਹੀਂ ਜਾਂਦੇ। ਮੈਂ ਸੋਚਦਾ ਸੀ ਤੁਸੀਂ ਆਪਣੀ ਲਾਜਪਤ ਲੈ ਕੇ ਬਾਹਰ ਚੱਲ ਜਾਓ, ਤੁਸੀਂ ਤੇ ਸਾਡੇ ਧਰਮ ਦਾ ਨਰਾਦਰ ਕਰਨ ਆ ਗਏ। ਕੱਟੜਤਾ ਕਿੰਨੀ ਹੈ ਜੀ, ਜ਼ਹਿਰ ਹਿੰਦੂ ਕਿਵੇਂ ਆ ਗਿਆ ਇੱਥੇ? ਬਸ ਜੀ ਉਹਨੇ ਰੌਲਾ ਪਾਇਆ। ਜਦੋਂ ਵੇਖਿਆ ਵੀ ਗੁਰੂ ਸਾਹਿਬ ਨਹੀਂ ਬਾਹਰ ਗਏ ਨਾ, ਉੱਠ ਕੇ ਬੈਠੇ ਆ, ਉਹਨੇ ਵੱਡੇ ਵੱਡੇ ਮੁੱਲੇ ਬਣਾ ਲਏ, ਕਾਜੀ ਜਿਹੜੇ ਉੱਥੋਂ ਦੇ ਪ੍ਰਬੰਧਕ ਸੀ, ਵੀ ਆਓ 3 ਕਾਫਰ ਆਏ ਹੋਏ ਨੇ, ਇਹਨਾਂ ਨੇ ਸਾਡੇ ਧਰਮ ਦਾ ਨਰਾਦਰ ਕੀਤਾ ਹੈ, ਖਾਨਾ ਕਾਬਾ ਵੱਲ ਪੈਰ ਕੀਤੇ ਸੀ। ਜੇ ਮੈਂ ਆਖਿਆ ਨਮਾਜ਼ ਦਾ ਸਮਾਂ ਤੇ ਮੈਨੂੰ ਗਿਆਨ ਦੇਣ ਲੱਗ ਗਏ। ਉਹ ਕਹਿੰਦੇ ਤੂੰ ਮੁਸਲਮਾਨ ਹੀ ਨਹੀਂ, ਤੇਰੇ 'ਚ ਤੇ ਗੁਣ ਨਹੀਂ ਮੁਸਲਮਾਨਾਂ ਵਾਲੇ। ਗੁੱਸਾ ਆ ਗਿਆ ਨਾ। ਜਦੋਂ ਕਿਸੇ ਦੀ ਤੁਸੀਂ ਈਗੋ ਨੂੰ ਠੇਸ ਮਾਰੋਗੇ, ਕਿਸੇ ਦੀ ਹਉਮੈ ਤੇ ਸੱਟ ਮਾਰੋਗੇ, ਉਹ ਬੰਦਾ ਹੰਕਾਰ ਜੂਗਾ, ਆਕੜ ਜਾ ਜੂ। ਉਹਨੂੰ ਲੱਗਦਾ ਵੀ ਮੈਂ ਪਤਾ ਨਹੀਂ ਕਿਹੜੀ ਤੋਪ ਸੀ, ਵੀ ਮੇਰੇ ਬਿਨਾਂ ਦੁਨੀਆ ਦਾ ਸਰਦਾ ਹੀ ਭੁਲੇਖਾ ਹੁੰਦਾ। ਹੁਣ ਜੀਵਨ ਨੂੰ ਇਹ ਭੁਲੇਖਾ ਸੀ ਵੀ ਇਹਨਾਂ ਨੇ ਮੇਰੀ ਹਉਮੈ ਨੂੰ ਸੱਟ ਮਾਰੀ ਤੇ ਮੈਂ ਜਲੂਸ ਕੱਢ ਦਿਆਂ ਇਹਨਾਂ ਦਾ। ਉਹਨੇ ਰੌਲਾ ਪਾਇਆ ਪ੍ਰਕਰਮਾਂ 'ਚ ਖੜ ਕੇ ਉੱਥੇ, ਕਹਿੰਦਾ ਕਾਫਰ ਆ ਗਏ, ਕਾਫਰ ਆ ਗਏ, ਕਾਫਰ ਆ ਗਏ। ਰੌਲਾ ਪਿਆ, ਸਾਰੇ ਹਾਜੀ ਭੱਜੇ ਆਏ, ਕਿਸੇ ਨੇ ਨਮਾਜ਼ ਨਾ ਪੜ੍ਹੀ, ਇਕੱਠ ਹੋ ਗਿਆ ਜੀ ਬਹੁਤ ਵੱਡਾ। ਹੁਣ ਉੱਥੇ ਦਾ ਜਿਹੜਾ ਮੁਖੀਆ ਸੀ, ਬਹੁਤ ਵੱਡਾ ਮੁੱਲਾ ਖਾਂ, ਉਹਨੂੰ ਸੱਦਾ ਦਿੱਤਾ ਗਿਆ। ਸਵਈਆ ਹੋਰ ਭਈ ਵਤਾਹੀ ਕੋ ਬੋਲਤ ਆਵਤ ਭੇ ਪੋਨੇ ਔਰ ਮਲਾਨੇ। ਜਦੋਂ ਕਈ ਮਲਾਨੇ ਇਕੱਠੇ ਹੋ ਗਏ, ਦਿਨ ਚੜ ਗਿਆ, ਸੂਰਜ ਚੜ ਗਿਆ, ਹਾਹਾਕਾਰ ਮੱਚੀ। ਗੁਰੂ ਸਾਹਿਬ ਚੁੱਪਚਾਪ ਬੈਠੇ, ਕਹਿੰਦੇ ਇਹਨਾਂ ਨੇ ਆਪਣੀ ਕਾਵਾਂ ਰੌਲੀ ਪਾਈ। ਕੋਈ ਕਹਿੰਦਾ ਆਏ ਗੁਰੂ, ਕੋਈ ਕਹਿੰਦਾ ਆਹ ਸਜ਼ਾ ਲਾਓ, ਕੋਈ ਕਹਿੰਦਾ ਆਏ ਕਿੱਥੋਂ ਕਿਵੇਂ ਆਏ, ਕੱਲ ਨਹੀਂ ਵੇਖਿਆ, ਅੱਜ ਨਹੀਂ ਵੇਖਿਆ। ਜਿਵੇਂ ਮਾਹੌਲ ਬਣ ਜਾਂਦਾ ਲੜਾਈ ਦਾ। ਕਹਿੰਦੇ ਜੀ ਮੁੱਲੇ ਆਪ ਚੁਲਝ ਪਏ। ਕੋਈ ਕਹਿੰਦੇ ਇਹਨਾਂ ਨੂੰ ਬਾਹਰ ਲੈ ਕੇ ਚੱਲੋ, ਕੋਈ ਕਹਿੰਦਾ ਇੱਥੇ ਹੀ ਸਜ਼ਾ ਦਿਓ, ਕੋਈ ਕਹਿੰਦਾ ਮਾਫੀ ਮੰਗਾਓ। ਆਪਣੇ ਆਪਣੇ ਤਰੀਕੇ ਨਾਲ ਉਹ ਗੱਲਾਂ ਕਰਦੇ ਨੇ। ਲਿਖ ਢੋਲਰ ਆਨ ਸਥਾਨ ਪਇਓ ਕੇ ਕਾਰਨ ਤੇ ਔਰ ਮੈਂ ਬਿਸਮਾਨੇ। ਪਰ ਹੈਰਾਨ ਸੀ ਸਾਰੇ ਜਦੋਂ ਆਏ ਨਾ, ਕਾਜੀ ਮੁੱਲਾ ਭੱਜ ਕੇ ਕਹਿੰਦੇ ਭਾਈ ਕਾਬਾ ਤੇ ਆਪਣੀ ਥਾਂ ਤੇ ਹੈ ਹੀ, ਖਿਲਿਆ ਹੋਇਆ।
ਅੱਜ ਵੀ ਕਾਬਾ ਸ਼ਰੀਫ ਜਿਹੜੀ ਥਾਂ ਤੇ ਸੀ ਉੱਥੋਂ ਹਿੱਲ ਕੇ ਦੂਜੀ ਥਾਂ ਤੇ ਹੈ। ਪਰਦੇ ਰੱਖੇ ਜਾਂਦੇ, ਬੜੀਆਂ ਚੀਜ਼ਾਂ ਦੇ ਬੜੇ ਧਰਮ ਰੱਖਦੇ, ਰੱਖਣੇ ਵੀ ਪੈਂਦੇ ਆ ਜੀ, ਕਿਉਂਕਿ ਪਤਾ ਜੇ ਅੱਜ ਸਾਡੇ ਸਿੱਖਾਂ ਦੀ ਕਿਤੇ ਗੱਲ ਪੱਲੇ ਆ ਜੇ, ਕਿਤੇ ਗੱਲ ਸਾਹਮਣੇ ਆ ਜੇ, ਅਸੀਂ ਜਿਉਣ ਦੇਵਾਂਗੇ ਕਿਸੇ ਨੂੰ? ਐਂ ਕਰਤਾ ਸਾਡੇ ਬਾਬੇ ਨੇ, ਐਂ ਕਰਤਾ, ਕਿਉਂਕਿ ਬੰਦਾ ਹਉਮੈ ਚ ਨੀਚਾ ਹੁੰਦਾ। ਬੁੱਲਿਆਂ ਨੇ ਵੇਖਿਆ ਕਿ ਕਹਿੰਦੇ ਗੱਲ ਕੀ ਹੋਈ, ਜਿਹੜੇ ਸਿਆਣੇ ਸੀ ਵੱਡੇ ਸੀ ਉਹਨਾਂ ਰੌਲਾ ਨਹੀਂ ਪਾਇਆ। ਉਹ ਕਹਿੰਦੇ ਕੋਈ ਤੇ ਗੱਲ ਹੈ, ਵੀ ਗੱਲ ਹੋਈ ਕਹਿੰਦੇ ਜੀ ਆ ਜਦੋਂ ਕਾਫਰਾਂ ਦੇ ਪੈਰ ਫੜ ਕੇ ਘੁਮਾਏ ਕਾਬਾ ਘੁੰਮ ਗਿਆ। ਉਹਨਾਂ ਜਾਣਿਆ ਵੀ ਜੇ ਪੈਰਾਂ ਨਾਲ ਕਾਬਾ ਘੁੰਮਿਆ ਬੰਦੇ ਫਿਰ ਕੋਈ ਆਮ ਨਹੀਂ ਆਖੋ ਸਤਨਾਮ। ਸਿਆਣੇ ਬੰਦੇ ਦੀ ਪਛਾਣ ਕੀ ਹੈ? ਉਹ ਗੱਲ ਨਾ ਬੜੀ ਤੋਲ ਕੇ ਸੋਚ ਸਮਝ ਕੇ ਜ਼ੁਬਾਨੋਂ ਕੱਢਦਾ ਹੈ। ਤੇ ਜਿਹੜਾ ਹੋਛਾ ਬੰਦਾ ਹੁੰਦਾ ਹੈ ਕਹਿੰਦਾ ਉਹ ਪਰਾਂ ਹੋ ਜਾਓ, ਮੈਂ ਦੇਖਦਾ, ਮੈਂ ਕਰਦਾ ਗੱਲ, ਪਟਾਸ਼ ਮੁੱਕ ਜਾਂਦਾ ਫਿਰ ਡਿੱਗ ਜਾਂਦਾ। ਜਦੋਂ ਕਹਿੰਦੇ ਉਹ ਵੱਡੇ ਵੱਡੇ ਆਏ, ਉਹਨਾਂ ਚੋਂ ਆਇਆ ਕਾਜੀ ਰੁਕਨਦੀਨ, ਬਹੁਤ ਸਿਆਣਾ ਪੂਜਨੀਕ, ਮਤਲਬ ਵੱਡਾ ਹੈੱਡ ਪੁਲਿਸ ਕਹਿ ਲਓ, ਵੱਡਾ ਰੁਤਬਾ ਉਹਦਾ। ਉਹਨੇ ਸਾਰਿਆਂ ਦੇ ਪੱਖ ਸੁਣੇ। ਉਹਦੇ ਦਿਲ 'ਚ ਇਹ ਵੀ ਹੈ ਵੀ ਕਾਬਾ ਆਪਣੀ ਥਾਂ ਤੋਂ ਹਿੱਲ ਨਹੀਂ ਸਕਦਾ। ਇਹ ਅੱਜ ਹਿੱਲਿਆ ਕਿਵੇਂ ਐ? ਮਿਲ ਬ੍ਰਿੰਦ ਭਏ ਕਠੋਰ ਜਬੈ, ਤਬ ਜੀਵਨ ਜਾਏ ਕੈ ਬੈਨ ਬਖਾਨੇ। ਹੁਣ ਉਸ ਵੇਲੇ ਚਸ਼ਮਦੀਦ ਗਵਾਹ ਜਿਹਦੇ ਨਾਲ ਸਭ ਕੁਝ ਹੋਇਆ, ਕਚਹਿਰੀ ਲਾ ਲਈ ਉਸੇ ਥਾਂ ਤੇ। ਰੁਕਨਦੀਨ ਨੇ ਆ ਕੇ ਕਹਿੰਦਾ ਤੂੰ ਦੱਸ। ਕਹਿੰਦਾ ਜੀ ਮੈਂ ਲਾਉਂਦਾ ਸੀ ਸਵੇਰੇ ਸਵੇਰੇ ਝਾੜੂ, ਮੈਂ ਆ ਕਾਫਰ ਵੇਖੇ ਨਾ ਪੈਰ ਕਰੀ ਪਏ ਰਸੂਲ ਦੇ ਘਰ, ਠਾਇਆ ਮੈਂ ਲੱਤ ਵੀ ਮਾਰੀ। ਉਹ ਸੱਚ ਬਿਆਨ ਕਰਦਾ ਜੋ ਕਰਦਾ ਹੈ। ਕਹਿੰਦਾ ਨਹੀਂ ਉੱਠੇ, ਮੈਂ 3 ਵਾਰੀ ਕਿਹਾ ਨਹੀਂ ਮੰਨੇ। ਕਹਿੰਦੇ ਥੱਕੇ ਹੋਏ ਆ, ਜਿੱਧਰ ਰੱਬ ਦਾ ਘਰ ਨਹੀਂ ਉਧਰ ਨੂੰ ਪੈਰ ਕਰਦੇ। ਕਹਿੰਦੇ ਮੈਂ ਗੁੱਸੇ 'ਚ ਪੈਰ ਘਬਾਤੇ, ਕਾਬਾ ਨਾਲ ਹੀ ਘੁੰਮ ਗਿਆ। ਸਤਨਾਮ। ਕਹਿੰਦੇ ਫੇਰ? ਕਹਿੰਦੇ ਜੀ ਮੈਂ ਇਹਨਾਂ ਨੂੰ ਕਿਹਾ ਤੁਸੀਂ ਮੁਸਲਮਾਨ ਨਹੀਂ ਹੋ ਸਕਦੇ, ਇਸ ਵੇਲੇ ਮੁਸਲਮਾਨ ਸੌਂਦਾ ਹੀ ਨਹੀਂ, ਨਮਾਜ਼ ਦਾ ਸਮਾਂ ਹੈ। ਕਹਿੰਦੇ ਮੈਨੂੰ ਗਿਆਨ ਦੇਣ ਲੱਗ ਗਏ ਵੀ ਮੁਸਲਮਾਨ 5 ਨਮਾਜ਼ਾਂ ਪੜ੍ਹਦਾ ਸੀ, 5 ਨਮਾਜ਼ੀ ਹੁੰਦੇ ਆ, ਸਾਡੇ ਕੋਲ ਸੱਚ ਹੈ, ਹੱਕ ਹੈ, ਹਲਾਲ ਹੈ, ਸਿਫਤ ਹੈ, ਖੈਰ ਖੁਦਾਏ ਹੈ। ਹਾਜੀ ਬੜਾ ਹੈਰਾਨ ਹੋਇਆ ਵੀ ਫੈਸਲਾ ਕੀ ਕੀਤਾ ਜਾਏ। ਵੀ ਇਹਨਾਂ ਨੂੰ ਇਹ ਵੀ ਨਹੀਂ ਕਿਹਾ ਜਾ ਸਕਦਾ ਵੀ ਇਹ ਗੈਰ ਮੁਸਲਮਾਨ ਨੇ। ਜੇ ਗੈਰ ਮੁਸਲਮਾਨ ਤੇ ਫਿਰ ਇਹਦਾ ਮਤਲਬ ਹਿੰਦੂਆਂ ਦੇ ਪੈਰਾਂ ਨਾਲ ਕਾਬਾ ਹੋਣਾ, ਇਹ ਵੀ ਮਾੜੀ ਗੱਲ, ਕਿਉਂਕਿ ਇਹ ਤਾਂ ਸਿੱਖ ਧਰਮ ਦੀ ਹੋਂਦ ਨਹੀਂ ਸੀ। ਮੈਂ ਫਿਰ ਬੇਨਤੀ ਕਰਾਂ, ਗੁਰੂ ਸਾਹਿਬ ਛਿੱਟਾ ਦੇ ਰਹੇ ਨੇ, ਸਿੱਖੀ ਪ੍ਰਚਲਨ ਵਿੱਚ ਆ ਰਹੀ ਹੈ। ਸਿਰਫ 2 ਹੀ ਧਰਮ ਵੱਡੇ ਮੰਨੇ ਜਾਂਦੇ ਸੀ, ਹਿੰਦੂ ਤੇ ਮੁਸਲਮਾਨ। ਰੌਲਾ ਹੀ ਤਾਂ ਉਹਨਾਂ ਦਾ ਸੀ। ਬਾਬਾ ਆਖੇ ਹਾਜੀਆਂ, ਹਿੰਦੂ ਵੱਡਾ ਕਿ ਮੁਸਲਮਾਨ? ਪੁੱਛਦੇ ਆ ਬਾਬੇ ਨੂੰ ਵੀ ਹਿੰਦੂ ਵੱਡਾ ਜਾਂ ਮੁਸਲਮਾਨ ਵੱਡਾ? ਗੱਲਾਂ ਤੇ ਦੋਨਾਂ ਦੀਆਂ ਚੱਲਦੀਆਂ ਸੀ ਨਾ। ਗੁਰੂ ਨਾਨਕ ਸਾਹਿਬ ਮਹਾਰਾਜ ਮੁਸਕਰਾ ਰਹੇ ਆ ਉਸ ਵੇਲੇ। ਕਾਜੀ ਕਹਿੰਦਾ ਮੈਂ ਹਿਸਾਬ ਕਰਾਂਗਾ, ਪਾਈ ਪਾਈ ਦਾ ਕੀ ਹੋਇਆ ਕੀ ਨਹੀਂ ਹੋਇਆ ਨਿਚੋੜ ਕੱਢਾਂਗਾ। ਜਿਵੇਂ ਜਿਵੇਂ ਗੁਰੂ ਪਾਤਸ਼ਾਹ ਕਿਰਪਾ ਕਰਨਗੇ ਕੱਲ ਦੇ ਦੀਵਾਨਾਂ 'ਚ ਆਨੰਦ ਮਾਣਾਂਗੇ। ਵਾਹਿਗੁਰੂ 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 ਵਾਹਿਗੁਰੂ।